विशालता, उन्हां दी अनंतता बयान करते हैं कि वो अकाल पुरख वाहिगुरु विशाल ने, उन्हां दी बेअंतताई कितनी वड्डी है और उस विशालता दे विचों असीं की प्राप्त करना है, की लभना है और किस आधार पे अपना जीवन यापन करना है। इस पौड़ी और इन्हां श्लोकां दे विचों असीं जानण दा यतन करांगे कि इस पावन श्लोकां दे विच सानू की मैसेज मिलदा है अज दे दौर विच, प्रेजेंट जीवन दे विच। आसा की वार बाणी दी विचार आप साझे कर रहे हो, उपमात्र बेनती करके असीं इस विषय ते बोलने आ। हुण वार है, अक्सर वार जिहड़ी है वो दो धिरां दे विच हुंदी है। एक उथानका भी घड़ी गई है ना कि गुरु नानक साहब महाराज जी जदों ਇਹ ਕਿਤੇ ਪਾਕਪਟਨ ਵੱਲ ਗਏ ਤੇ ਉੱਥੇ ਜਾ ਕੇ ਪਾਤਸ਼ਾਹ ਜੀ ਨੂੰ ਕਿਸੇ ਨੇ ਸਵਾਲ ਕੀਤਾ ਕਿ ਤੂੰ ਇੱਕ ਦੀ ਗੱਲ ਕਰਦਾ ਹੈ, ਇੱਕ ਦੀ ਗੱਲ ਕਰਦਾ ਹੈ। ਉਸ ਆਪਣੀ ਬੋਲੀ ਦੇ ਵਿੱਚ ਉਹਨਾਂ ਕਿਹਾ ਤੂੰ ਇੱਕ ਦੀ ਗੱਲ ਕਰਦਾ ਹੈ ਤੇ ਤੂੰ ਵਾਰ ਦੇ ਵਿੱਚ ਕਰਕੇ ਦਿਖਾ, ਕਿਉਂਕਿ ਵਾਰ ਅਕਸਰ ਗਾਈ ਜਾਂਦੀ ਹੈ ਦੋ ਧਿਰਾਂ ਦੀ, ਜਿਹਦੇ ਵਿੱਚ ਜੰਗਾਂ ਜੁੱਧਾਂ ਦੀ ਬਾਤ ਹੁੰਦੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਆਸਾ ਕੀ ਵਾਰ ਬਾਣੀ ਦਾ ਜਿਹੜਾ ਹੈ ਉਹ ਰਚਨਾ ਕੀਤੀ, ਜਿਹਦੇ ਵਿੱਚ ਉਹਨਾਂ ਨੇ ਸਾਨੂੰ ਇਹ ਸਮਝਾਇਆ ਕਿ ਦੋ ਧਿਰਾਂ ਦੀ ਗੱਲ ਕਿਸ ਢੰਗ ਨਾਲ ਹੋ ਸਕਦੀ ਹੈ। ਵਾਰ ਦੇ ਅੰਦਰ ਉਹ ਵੀ ਰੱਬ ਦੀ, ਤੇ ਉਹ ਬੰਦਾ ਕਰਦਾ ਜਿਹੜਾ ਇੱਕ ਦੀ ਗੱਲ ਕਰਦਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ ਕਰ ਆਸਨ ਦੇਖੋ ਚਾਓ। ਉਹਦੇ ਵਿੱਚੋਂ ਅਕਾਲ ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚੋਂ ਹੀ ਜਿਹੜੀ ਕੁਦਰਤ ਦੀ ਸਿਰਜਣਾ ਹੋਈ, ਯਾਨੀ ਕਿ ਉਹ ਆਪ ਅਕਾਲ ਪੁਰਖ ਵਾਹਿਗੁਰੂ ਜੀ ਉਹ ਕੁਦਰਤ ਦਾ ਰੂਪ ਹੋ ਗਏ। ਜਿਹੜਾ ਕਰਤਾ ਪੁਰਖ ਦਾ ਸਿਧਾਂਤ ਹੈ ਕਿ ਉਹ ਆਪ ਅਕਾਲ ਪੁਰਖ ਵਾਹਿਗੁਰੂ ਜੀ ਰੱਬ ਦਾ ਰੂਪ, ਉਹ ਕੁਦਰਤ ਦਾ ਰੂਪ ਹੋ ਗਏ, ਅਮਾਤ ਸਮਾ ਗਏ, ਹੋ ਗਏ, ਕੁਦਰਤ ਹੋ ਗਏ। ਉਸ ਆਸਾ ਕੀ ਵਾਰ ਬਾਣੀ ਦਾ ਇਹ ਜ਼ਿਕਰ, ਉਸ ਅਕਾਲ ਪੁਰਖ, ਉਸ ਕੁਦਰਤ ਦਾ ਜ਼ਿਕਰ ਔਰ ਧਾਰਮਿਕ ਕਰਮ ਕਾਂਡਾਂ ਦੀ ਬਾਤ ਗੁਰੂ ਨਾਨਕ ਮਹਾਰਾਜ ਜੀ ਆਸਾ ਕੀ ਵਾਰ ਬਾਣੀ ਦੇ ਅੰਦਰ ਕਰਦੇ ਨੇ। ਆਓ ਇਸ ਸ਼ਲੋਕ ਦੀ ਵਿਚਾਰ ਸਾਂਝੀ ਕਰੀਏ। ਹੁਣ ਇਸ ਸ਼ਲੋਕ ਦੀ ਵਿਚਾਰ ਜਦੋਂ ਅਸੀਂ ਸਾਂਝੀ ਕਰਦੇ ਹਾਂ, ਇਸ ਨੂੰ ਜਾਣਦੇ ਹਾਂ ਕਿ ਇਸ ਸ਼ਲੋਕ ਦੇ ਅੰਦਰ ਕੀ ਗੁਰੂ ਪਾਤਸ਼ਾਹ ਜੀ ਸਾਨੂੰ ਮੈਸੇਜ ਦੇਣਾ ਚਾਹੁੰਦੇ ਨੇ। ਇੱਕ ਗੱਲ ਯਾਦ ਰੱਖਿਆ ਜੇ ਕਿ ਜਦੋਂ ਅਸੀਂ ਇਸ ਸ਼ਲੋਕ ਦੀ ਵਿਚਾਰ ਕਰਨੀ ਹੈ ਤੇ ਅਸੀਂ ਇੱਕ ਪੰਕਤੀ ਨੂੰ ਧਿਆਨ ਗੁਜਰੇ ਰੱਖ ਕੇ ਸਮੁੱਚੇ ਸ਼ਲੋਕ ਨੂੰ ਸਮਝਣਾ ਹੈ। ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਭਾਵ, ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿੰਨੀ ਕ੍ਰਿਤ ਬਣਾਈ ਹੈ ਉਹਦੀ ਗਿਣਤੀ ਮਿਤ ਅਕਾਲ ਪੁਰਖ ਆਪ ਜਾਣਦਾ। ਮਿਤ ਦਾ ਅਰਥ ਹੁੰਦਾ ਗਿਣਤੀ ਮਿਣਤੀ ਕਰਨੀ, ਅੰਦਾਜ਼ਾ ਲਾਉਣਾ, ਕਿੰਨੀ ਗਿਣਤੀ ਹੈ, ਕੈਲਕੂਲੇਸ਼ਨ ਕਰਨੀ। ਇਹ ਕੈਲਕੂਲੇਸ਼ਨ ਜਿਹੜੀ ਹੈ ਉਸ ਕੁਦਰਤ ਦੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜਾਣਦੇ ਨੇ। ਅਸੀਂ ਇਸ ਕੁਦਰਤ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੇਅੰਤਤਾਈ ਨੂੰ ਵੇਖਣਾ ਹੈ। ਜਿਵੇਂ ਅਸੀਂ ਆਮ ਪ੍ਰਮਾਣ ਇੱਕ ਸਾਂਝਾ ਕਰਦੇ ਹੁੰਦੇ ਹਾਂ ਕਿ ਕਰਤੇ ਕੀ ਮਿਤ ਨਾ ਜਾਣੈ ਕੀਆ, ਕਰਤੇ ਕੀ ਮਿਤ, ਉਸ ਕ੍ਰੀਏਟਰ ਦੀ ਕ੍ਰੀਏਸ਼ਨ, ਉਸ ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ ਕੀਤੀ ਹੋਈ ਕ੍ਰੀਏਸ਼ਨ ਨਾ ਜਾਣੈ ਕੀਆ। ਈਵਨ ਕਰਤੇ ਨੂੰ ਜਾਣਨਾ ਤੇ ਦੂਰ ਦੀ ਬਾਤ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੁਦਰਤ ਯਾਨੀ ਕਿ ਉਹਦੀ ਕ੍ਰੀਏਸ਼ਨ ਦੇ ਵਾਸਤੇ ਵੀ ਅਸੀਂ ਅੱਜ ਬੜੇ ਅਗਿਆਨੀ ਹਾਂ, ਬੜੇ ਅਨੁਕੂਲ ਹਾਂ। ਉਹਦੀ ਕ੍ਰੀਏਸ਼ਨ ਬਾਬਤ ਵੀ ਸਾਨੂੰ ਬਹੁਤਾ ਨਹੀਂ ਪਤਾ। ਇਹ ਇੱਕ ਰਮਸ ਹੈ, ਇੱਕ ਰਹੱਸ ਹੈ। ਪਿਛਲੀ ਪੌੜੀ ਦੇ ਅੰਦਰ ਆਪ ਜੀ ਨੇ ਹਉਮੈ ਦੀ ਬਾਤ ਗਿਆਨੀ ਜੀ ਪਾਸੋਂ ਸਾਂਝੀ ਕੀਤੀ ਹੈ ਕਿ ਇੱਕ ਇਨਸਾਨ ਹਉਮੈ ਦੇ ਵਿੱਚ ਕਿਸ ਰੂਪ ਦੇ ਅੰਦਰ ਆਪਣੇ ਜੀਵਨ ਵਿੱਚ ਕਦੇ ਪ੍ਰਾਇਓਰਿਟੀ ਕੰਪਲੈਕਸ ਵਿੱਚ ਆ ਜਾਂਦਾ ਹੈ, ਕਦੇ ਇਨਫੀਰੀਅਰਿਟੀ ਕੰਪਲੈਕਸ ਵਿੱਚ ਆ ਜਾਂਦਾ ਹੈ ਔਰ ਉਹਦੇ ਅੰਦਰ ਤਾਉਮਰ ਆਪਣੀ ਜੀਵਨ ਬਰਬਾਦ ਕਰ ਦਿੰਦਾ ਹੈ, ਅਜਾਈ ਵਿਅਰਥ ਗਵਾ ਦਿੰਦਾ ਹੈ। ਇਹ ਉਸ ਅਕਾਲ ਪੁਰਖ, ਉਸ ਵਿਸ਼ਾਲ ਰੱਬੀ ਸੁਰਤ ਦੇ ਨਾਲ, ਉਸ ਰੱਬੀ ਲੋਹ ਦੇ ਨਾਲ, ਉਸ ਵਿਸ਼ਾਲ ਇੱਕ એનર્ਜੀ ਦੇ ਨਾਲ ਆਪਣੇ ਆਪ ਨੂੰ ਜੋੜਨ ਦਾ ਯਤਨ ਨਹੀਂ ਕਰਦਾ। ਉਸ ਨੇਚਰ ਦੇ ਨਾਲ ਆਪਣੀ ਟਿਊਨਿੰਗ ਦਾ ਅਹਿਸਾਸ ਆਪਣੇ ਮਨ ਵਿੱਚ ਨਹੀਂ ਲੈ ਕੇ ਹੁੰਦਾ ਕਿ ਅਸੀਂ ਉਸ ਨੇਚਰ ਦੇ ਨਾਲ ਕਿਸ ਢੰਗ ਦੇ ਨਾਲ ਅਸੀਂ ਟਿਊਨ ਹੋ ਸਕਦੇ ਹਾਂ। ਪਾਤਸ਼ਾਹ ਜੀ ਇਸ ਪਾਵਨ ਸ਼ਲੋਕ ਵਿੱਚ ਸਾਨੂੰ ਸਮਝਾਉਂਦੇ ਨੇ ਪੁਰਖਾਂ ਬਿਰਖਾਂ। ਹੁਣ ਅਸੀਂ ਪਹਿਲਾਂ ਇਹ ਦੋ ਜਿਹੜੇ ਨੇ ਸ਼ਬਦ ਇਹਨਾਂ ਦੀ ਵਿਚਾਰ ਕਰਾਂਗੇ। ਕਹਿੰਦੇ ਨੇ ਪੁਰਖਾਂ, ਪੁਰਖਾਂ ਦਾ ਮਤਲਬ ਪੁਰਖ, ਪੁਰਖ ਦਾ ਮਤਲਬ ਮਨੁੱਖ, ਮਨੁੱਖ ਦਾ ਮਤਲਬ ਇਸ ਧਰਤੀ ਤੇ ਜਿੰਨੇ ਹੋਮੋਸੇਪੀਅੰਸ ਮੌਜੂਦ ਨੇ। ਪਾਤਸ਼ਾਹ ਜੀ ਕਹਿੰਦੇ ਕੋਈ ਇੱਕ ਥੋੜੀ ਹੈ,
ਇੱਥੇ ਉਸ ਕਰਤੇ ਦੀ ਕੁਦਰਤ ਦੇ ਵਿੱਚ ਬੇਅੰਤ ਹੀ ਮਨੁੱਖ ਪੁਰਖ ਮੌਜੂਦ ਨੇ। ਅੱਜ ਅਸੀਂ ਗਿਣਤੀ ਕਰਦੇ ਹਾਂ ਲਗਭਗ 7 ਅਰਬ ਜਿਹੜੀ ਪੋਪੂਲੇਸ਼ਨ ਮੰਨੀ ਜਾਂਦੀ ਹੈ ਹੋ ਚੁੱਕੀ ਹੋਵੇਗੀ ਜਾਂ ਹੋਣ ਵਾਲੀ ਹੈ। ਲੇਕਿਨ ਸਾਨੂੰ ਅੱਜ ਦੇ ਜਿਹੜੇ ਸਾਇੰਸ ਵਿਦਵਾਨ ਨੇ, ਸਾਇੰਸ ਵੇਤਾ ਨੇ ਜਾਂ ਜਿਹੜੇ ਪੁਰਾਤਨ ਜਿਹੜੇ ਵਿਭਾਗ ਦੇ ਰਿਸਰਚਰ ਨੇ ਉਹ ਇਹ ਦੱਸਦੇ ਨੇ ਕਿ ਇਸ ਧਰਤੀ ਉੱਤੇ ਲਗ ਬਿਲੀਅਨਸ ਸਾਲ ਪਹਿਲਾਂ 7 ਬਿਲੀਅਨ ਸਾਲ ਕੋਈ ਅੰਦਾਜ਼ਾ ਉਹਨਾਂ ਨੇ ਲਾਇਆ ਵੀ ਸਾਡਾ ਐਂਸੈਸਟਰ ਇਸ ਧਰਤੀ ਦੇ ਉੱਤੇ ਘੁੰਮਦਾ ਹੁੰਦਾ ਸੀ। ਕਿੰਨੀ ਮਖਲੂਕਾਤ ਆ ਕੇ ਚਲੀ ਗਈ ਹੋਵੇਗੀ। ਔਰ ਉਸ ਤੋਂ ਪਹਿਲਾਂ ਸਾਡੇ ਉਹ 7 ਬਿਲੀਅਨ ਸਾਲ ਪਹਿਲਾਂ ਜਿਹੜਾ ਕੋਈ ਸਾਡਾ ਐਂਸੈਸਟਰ ਇੱਥੇ ਸਾਡਾ ਪੂਰਵਜ ਘੁੰਮਦਾ ਹੁੰਦਾ ਸੀ, ਉਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਪ੍ਰਜਾਤੀਆਂ ਇਸੇ ਧਰਤੀ ਤੇ ਵਿਚਰੀਆਂ ਨੇ, ਜਿਨ੍ਹਾਂ ਦੇ ਨਾਮ ਸਾਇੰਸ ਨੇ ਖੋਜ ਕੱਢ ਕੇ ਇਹ ਰੱਖੇ ਨੇ ਕਿ ਕੁਝ ਡਰਾਈਪੀਥੀਅਸ ਇੱਕ ਪ੍ਰਜਾਤੀ ਵਿਚਰਦੀ ਹੈ, ਕੋਈ ਆਸਟ੍ਰੇਲੋਪੀਥੀਅਸ ਜਿਹੜੀ ਪ੍ਰਜਾਤੀ ਇਸ ਧਰਤੀ ਤੇ ਵਿਚਰੀ, ਉਸ ਤੋਂ ਬਾਅਦ ਹੋਮੋ ਹੈਬਿਲਸ ਨਾਮ ਦੀ ਪ੍ਰਜਾਤੀ ਇਸ ਧਰਤੀ ਤੇ ਵਿਚਰੀ, ਫਿਰ ਹੋਮੋ ਇਰੈਕਟਸ ਆ ਗਏ ਔਰ ਅੱਜ ਅਸੀਂ ਹੋਮੋ ਸੇਪੀਅੰਸ ਦੇ ਰੂਪ ਦੇ ਵਿੱਚ, ਮਖਲੂਕਾਤ ਦੇ ਰੂਪ ਦੇ ਵਿੱਚ, ਮਨੁੱਖ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਵਿਚਰ ਰਹੇ ਹਾਂ। ਇਹ ਸਾਡੇ ਅੰਦਾਜ਼ੇ ਨੇ। ਪਤਾ ਨਹੀਂ ਕਿੰਨੇ ਧਰਤੀ ਦੇ ਉੱਤੇ ਔਰ ਕਿੰਨੇ ਚਲੇ ਗਏ। ਪਾਤਸ਼ਾਹ ਜੀ ਕਹਿੰਦੇ ਨੇ ਇੱਕ ਪੁਰਖ, ਇੱਥੇ ਬੇਅੰਤ ਪੁਰਖਾਂ ਦੀ ਬਾਤ ਹੋ ਰਹੀ ਹੈ। ਇਸ ਸ਼ਲੋਕ ਦੇ ਵਿੱਚ ਜਦੋਂ ਅਸੀਂ ਅੱਗੇ ਵਿਚਾਰਾਂਗੇ, ਕਿਤੇ ਧਾਰਮਿਕ ਕਰਮ ਕਾਂਡਾਂ ਦੀ ਬਾਤ ਗੁਰੂ ਨਾਨਕ ਮਹਾਰਾਜ ਜੀ ਨੇ ਅਖੀਰ ਵਿੱਚ ਕੀਤੀ। ਇੱਕ ਐਂਗਲ ਇਸ ਸ਼ਲੋਕ ਨੂੰ ਸਮਝਣ ਦਾ ਇਹ ਵੀ ਹੋ ਸਕਦਾ ਹੈ ਕਿ ਜੇ ਇੰਨੀ ਬੇਅੰਤਤਾਈ ਹੈ ਤੇ ਤੂੰ ਕੇਵਲ ਇੱਕ ਪੁਰਖ ਨੂੰ ਰੱਬ ਮੰਨ ਕੇ ਤੇ ਉਹਦੀ ਪੂਜਾ ਕਰਦਾ ਹੈ, ਇਹ ਬਾਤ ਕੋਈ ਬਹੁਤੀ ਜਾਇਜ਼ ਨਹੀਂ। ਕਿਉਂਕਿ ਇਸੇ ਧਰਤੀ ਦੇ ਉੱਤੇ ਦੇਵ ਪੂਜਾ ਸ਼ੁਰੂ ਹੋਈ, ਇਸੇ ਧਰਤੀ ਤੇ ਮਨੁੱਖਾਂ ਨੂੰ ਦੇਵਤਾ ਬਣਾ ਦਿੱਤਾ ਗਿਆ, ਇਸੇ ਧਰਤੀ ਦੇ ਉੱਤੇ ਜਿਹੜੇ ਪੋਪ ਸੀਗੇ ਉਹਨਾਂ ਨੂੰ, ਬੰਦਿਆਂ ਨੂੰ ਇੱਕ ਰੱਬ ਦਾ ਰੂਪ ਬਣ ਕੇ ਪੂਜਿਆ ਗਿਆ, ਰਾਜਿਆਂ ਨੂੰ ਵੀ ਰੱਬ ਦਾ ਰੂਪ ਬਣ ਕੇ ਪੂਜਿਆ ਗਿਆ ਕਿ ਰਾਜਾ ਆਪਣੇ ਆਪ ਨੂੰ ਰੱਬ ਦਾ ਰੂਪ ਕਹਿੰਦਾ ਹੁੰਦਾ ਸੀ ਜਦੋਂ ਮੋਨਾਰਕੀ ਸਿਸਟਮ ਸੀਗਾ, ਰਾਜਾਸ਼ਾਹੀ ਸੀਗਾ। ਤੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਇੱਕ ਨਹੀਂ, ਬੇਅੰਤ ਹੀ ਪੁਰਖ, ਬੇਅੰਤ ਹੀ ਮਨੁੱਖ ਇਸ ਧਰਤੀ ਤੇ ਹੋਏ ਨੇ ਜਿਨ੍ਹਾਂ ਦੀ ਬੋਲੀ ਵੀ ਤੂੰ ਨਹੀਂ ਜਾਣਦਾ। ਅਸੀਂ ਹਿਸਟਰੀ ਪੜ੍ਹਦੇ ਹਾਂ, ਅਸੀਂ ਲਿਟਰੇਚਰ ਪੜ੍ਹਦੇ ਹਾਂ। ਹੜੱਪਨ ਸਿਵਲਾਈਜੇਸ਼ਨ ਬਾਰੇ ਆਪਨੇ ਸੁਣਿਆ ਹੋਵੇਗਾ। ਅੱਜ ਤੱਕ ਸਾਡੇ ਕੋਲੋਂ ਕੋਈ ਬਹੁਤਾ ਪੁਰਾਣੀ ਬਾਤ ਨਹੀਂ, ਅੱਜ ਪੂਰੀਆਂ ਖੋਜਾਂ ਹੋ ਰਹੀਆਂ ਨੇ ਉਸ ਸਿਵਲਾਈਜੇਸ਼ਨ ਦੀਆਂ। ਅੱਜ ਤੱਕ ਸਾਡੇ ਕੋਲੋਂ ਉਸ ਇਲਾਕੇ ਵਿੱਚ ਰਹਿਣ ਵਾਲੇ ਬੰਦਿਆਂ ਦੀ ਬੋਲੀ ਹੀ ਡੀਕੋਡ ਨਹੀਂ ਹੋਈ ਕਿ ਅਸੀਂ ਉਹਨਾਂ ਦੀ ਬੋਲੀ ਨੂੰ ਡੀਕੋਡ ਨਹੀਂ ਕਰ ਪਾਏ, ਕਿਹੜੀ ਬੋਲੀ ਬੋਲਦੇ ਹੁੰਦੇ ਸਨ, ਕਿਹੜੀ ਭਾਸ਼ਾ ਵਿੱਚ ਬੋਲਦੇ ਹੁੰਦੇ ਸਨ। ਮਿਸਰ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਸਨ, ਜਿਹੜੇ ਪਿਰਾਮਿਡਸ ਤੁਸੀਂ ਬਹੁਤ ਵੱਡੇ ਵੱਡੇ ਦੇਖਦੇ ਹੋ, ਜਿਹੜੀ ਲਿਪੀ ਉੱਥੇ ਲਿਖੀ ਜਾ ਰਹੀ ਹੈ, ਅੱਜ ਬੰਦਾ ਇੰਨਾ ਹੀਣਾ ਹੈ ਕਿ ਉਸ ਲਿਪੀ ਨੂੰ ਸਮਝ ਨਹੀਂ ਪਾ ਰਿਹਾ, ਕਿਸ ਲਿਪੀ ਦੇ ਵਿੱਚ ਉਹ ਲੋਕ ਲਿਖਦੇ ਹੁੰਦੇ ਸਨ, ਉਸ ਨੂੰ ਕਰੈਕ ਨਹੀਂ ਕਰ ਪਾ ਰਿਹਾ। ਇਹ ਤੇ ਸਾਡੀ ਹੁਣ ਦੀ ਬਾਤ ਹੈ ਕਿ ਹੁਣ ਦੀਆਂ ਸਿਵਲਾਈਜੇਸ਼ਨਸ ਨੇ। ਲਗਭਗ 4-4 ਕਰੋੜ ਸਾਲ ਪਹਿਲਾਂ ਦੀ ਜਿਹੜੇ ਖੋਪਰ ਲੱਭੇ ਜਾ ਰਹੇ ਨੇ ਇਸ ਧਰਤੀ ਦੇ ਵਿੱਚੋਂ, ਜਿਹਨੂੰ ਵੇਖ ਕੇ ਸਾਇੰਸ ਹੈਰਾਨ ਹੋ ਜਾਂਦੀ ਹੈ, ਕਿਉਂਕਿ ਵੱਖਰੇ ਵੱਖਰੇ ਸਿਧਾਂਤ ਇਸ ਧਰਤੀ ਦੇ ਕ੍ਰੀਏਸ਼ਨ ਦੇ ਵੀ ਆਏ ਨੇ। ਜਦੋਂ ਮੰਨਿਆ ਗਿਆ ਕਿ ਧਰਤੀ 4 ਕਰੋੜ ਸਾਲ ਪੁਰਾਣੀ ਹੈ, ਲੇਕਿਨ ਉਸ ਤੋਂ ਪੁਰਾਣੇ ਜਿਹੜੇ ਅਵਸ਼ੇਸ਼ ਫੋਸਿਲਸ ਇਸ ਧਰਤੀ ਦੇ ਉੱਤੇ ਮਿਲ ਗਏ। ਜਦੋਂ ਮੰਨਿਆ ਜਾ ਰਿਹਾ ਸੀਗਾ, ਜਿੱਥੇ ਇੰਨੀ ਅਗਿਆਨਤਾ ਦਾ ਪੱਧਰ ਸੀ ਕਿ ਲਗਭਗ 16ਵੀਂ ਸਦੀ ਦੇ ਅੰਦਰ ਆਰਚ ਬਿਸ਼ਪ ਜਿਹੜਾ ਧਾਰਮਿਕ ਆਗੂ ਸਨ, ਉਹਨਾਂ ਨੇ ਇਹ ਗੱਲ ਆਖੀ, ਉਹ ਕਹਿੰਦੇ ਵੀ ਧਰਤੀ ਦਾ ਜਿਹੜਾ ਜਨਮ ਹੋਇਆ 4000 ਏਡੀ ਦੇ ਵਿੱਚ ਹੋਇਆ ਹੈ, ਪੂਰੀ ਦੇ ਪੂਰੇ ਬ੍ਰਹਮੰਡ ਦੀ ਸਿਰਜਣਾ ਇਹਨਾਂ ਸਮਿਆਂ ਦੇ ਵਿੱਚ ਹੋਈ। ਐਸੀ ਅਗਿਆਨਤਾ ਦੇ ਵਿੱਚੋਂ ਇਹ ਬਾਤ ਨਿਕਲ ਕੇ ਆ ਰਹੀ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਨਹੀਂ, ਇਸ ਧਰਤੀ ਉੱਤੇ ਅਨੇਕਾਂ ਅਣਗਿਣਤ ਪੁਰਖ ਜਿਹੜੇ ਨੇ ਇਸ ਧਰਤੀ ਤੇ ਹੋਏ। ਤੂੰ ਉਸ ਕਰਤੇ ਦੀ ਕੁਦਰਤ ਨੂੰ ਵੇਖ, ਉਸ ਕੁਦਰਤ ਨੂੰ ਸਮਝ ਕੇ ਦੇਖ ਕਿ ਇਸ ਕੁਦਰਤ ਦੇ ਵਿੱਚ ਬੇਅੰਤ ਮਨੁੱਖ ਹੋਏ। ਤੂੰ ਉਸ ਕ੍ਰਿਤ ਨੂੰ ਪੂਜਾ ਉਹਦੀ ਨਾ ਕਰ, ਉਸ ਕ੍ਰਿਤ ਦੇ ਨਾਲ ਨਾ ਜੁੜ, ਉਸ ਕਰਤੇ ਨਾਲ ਜੁੜ ਜਿਨੇ ਇਹ ਸਾਰੇ ਕ੍ਰਿਤ ਨੂੰ, ਆਪਣੀ ਕ੍ਰੀਏਸ਼ਨ ਨੂੰ, ਇਹਨਾਂ ਮਨੁੱਖਾਂ ਨੂੰ ਘੜਿਆ ਹੈ, ਇਹਨਾਂ ਮਨੁੱਖਾਂ ਨੂੰ ਬਣਾਇਆ ਹੈ। ਭਾਵ ਸਾਨੂੰ ਸਖਸ਼ੀ ਪੂਜਾ ਤੋਂ ਤੋੜ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਜੋੜਨ ਦੀ ਸੂਖਮ ਬਾਤ, ਇੱਕ ਰੰਗ, ਇੱਕ ਜਿਹੜਾ ਹੋਰ ਨਜ਼ਰੀਆ ਇਸ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਦੇ ਨੇ। ਦੂਜੀ ਗੱਲ, ਬਿਰਖਾਂ। ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਜਦੋਂ ਮੈਂ ਪੜ੍ਹ ਰਿਹਾ ਸਾਂ, ਮੇਰੀ ਆਪਣੀ ਮੈਂ ਤੁਝ ਪੁੱਤੀ ਮੁਤਾਬਕ ਸੋਚ ਰਿਹਾ ਸਾਂ ਕਿ ਪਾਤਸ਼ਾਹ ਜੀ ਬਿਰਖਾਂ ਦੀ ਬਾਤ ਕਿਉਂ ਕਰ ਰਹੇ ਨੇ।
ऐसा की कारण है कि बेअंत बिरखां ਦੇ ਬਾਬਤ ਮਨੁੱਖ ਨੂੰ ਜਾਣੂ ਕਰਾਇਆ ਜਾ ਰਿਹਾ, ਜਦਕਿ ਆਮ ਸਾਨੂੰ ਪਤਾ ਹੀ ਹੈ ਵੀ ਧਰਤੀ ਤੇ ਬੇਅੰਤ ਰੁੱਖ ਮੌਜੂਦ ਨੇ, ਗਿਣਤੀ ਕੀਤੀ ਨਹੀਂ ਜਾ ਸਕਦੀ। ਬਾਣੀ ਦੇ ਅੰਦਰ ਅਸੀਂ ਬੇਅੰਤ ਸਾਰੇ ਪ੍ਰਮਾਣ ਵੀ ਪੜ੍ਹ ਲੈਂਦੇ ਹਾਂ ਕਿ ਕਨ ਹਰ ਬੂੰਦ ਬਸੋਰੋਂ ਮਾਵਲ ਕੁਸੁਮ ਬਸੰਤ ਗ੍ਰੰਥ ਨਾ ਆਵੈ, ਗਿਣਤੀ ਨਹੀਂ ਕੀਤੀ ਜਾ ਸਕਦੀ। ਫਿਰ ਪਾਤਸ਼ਾਹ ਜੀ ਕਿਉਂ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਸਮਝਾ ਰਹੇ ਨੇ ਸ਼ਲੋਕ ਅੰਦਰ? ਗੁਰੂ ਨਾਨਕ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਵੀ ਇਸ ਧਰਤੀ ਉੱਤੇ ਬੇਅੰਤ ਪ੍ਰਕਾਰ ਦੇ ਬਿਰਖ ਮੌਜੂਦ ਨੇ, ਬਹੁਤ ਸਾਰੇ ਰੁੱਖ ਮੌਜੂਦ ਨੇ ਇਸ ਧਰਤੀ ਦੇ ਉੱਤੇ। ਔਰ ਜਦੋਂ ਤੋਂ ਧਰਤੀ ਦੇ ਉੱਤੇ ਰੁੱਖ ਹੋਂਦ ਵਿੱਚ ਆਏ, ਬੇਅੰਤ ਰੁੱਖ ਆਏ ਔਰ ਚਲੇ ਗਏ। ਪਰ ਇਸ ਤੋਂ ਸਾਨੂੰ ਕੀ ਸਿੱਧ ਮਿਲਦੀ ਹੈ? ਪਾਤਸ਼ਾਹ ਜੀ ਦਾ ਇਹ ਪਾਵਨ ਫਰਮਾਨ ਸਾਨੂੰ ਇੱਕ ਗਿਆਨ ਬਖਸ਼ਿਸ਼ ਇਸ ਲੈਵਲ ਦੇ ਉੱਤੇ ਵੀ ਕਰਦਾ ਹੈ ਕਿ ਬੰਦੇ ਨੇ ਕੀ ਕੀਤਾ ਕਿ ਉਹਨਾਂ ਰੁੱਖਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਇਨਸਾਨ ਨੇ ਉਸ ਕਰਤੇ ਦੀ ਕ੍ਰਿਤ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਰੁੱਖਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਕਿ ਬੌਧ ਧਰਮ ਦੇ ਅੰਦਰ ਬੋਧੀ ਟਰੀ ਜਿਹੜਾ ਬੋਧ ਗਇਆ ਵਿਹਾਰ ਦੇ ਵਿੱਚ ਹੈ, ਜਿੱਥੇ ਬੁੱਧ ਨੂੰ ਐਨਲਾਈਟਮੈਂਟ ਮਿਲਿਆ, ਜਿੱਥੇ ਆਪਾਂ ਕਹਿੰਦੇ ਨਾ ਕਿ ਬੁੱਧ ਐਨਲਾਈਟਮੈਂਟ ਉਹਨਾਂ ਨੂੰ ਮਿਲੀ, ਉੱਥੇ ਉਹਨਾਂ ਨੂੰ ਉਹ ਸਾਰਾ ਵਿਜ਼ਡਮ ਮਿਲਿਆ, ਗਿਆਨ ਮਿਲਿਆ। ਉਸ ਬੋਧੀ ਟਰੀ ਦੇ ਥੱਲੇ ਬੈਠ ਕੇ ਉਹਨਾਂ ਨੇ ਉਹ ਗਿਆਨ ਹਾਸਲ ਕੀਤਾ। ਉਸ ਰੁੱਖ ਨੂੰ ਵੀ ਪਵਿੱਤਰ ਮੰਨਿਆ ਜਾਂਦਾ ਹੈ, ਅੱਜ ਤੱਕ ਉਸ ਪਵਿੱਤਰ ਰੁੱਖ ਤੇ ਸਜਦੇ ਹੁੰਦੇ ਨੇ। ਜਦੋਂ ਅਸੀਂ ਕ੍ਰਿਸਚੀਅਨਿਟੀ ਤੇ ਜੂਡਾਇਜ਼ਮ ਦੀ ਗੱਲ ਕਰਦੇ ਹਾਂ, ਜੂਡਾਇਜ਼ਮ ਦੇ ਵਿੱਚ ਵੀ, ਕ੍ਰਿਸਚੀਅਨਿਟੀ ਦੇ ਵਿੱਚ ਵੀ ਸਾਨੂੰ ਇਹ ਚੀਜ਼ ਮਿਲਦੀ ਹੈ ਕਿ ਉਹ ਵੀ ਇੱਕ ਪਵਿੱਤਰ ਰੁੱਖ ਨੂੰ ਮੰਨਦੇ ਨੇ, ਜਿਹਦੇ ਵਿੱਚ ਟਰੀ ਆਫ ਨੌਲੇਜ ਆਫ ਗੁੱਡ ਐਂਡ ਈਵਿਲ, ਜਿਸ ਨੂੰ ਕਿਹਾ ਜਾਂਦਾ ਹੈ ਕਿ ਇੱਕ ਐਸਾ ਰੁੱਖ ਹੈ ਜਿਹੜਾ ਗਿਆਨ ਦਾ ਹੈ, ਜਿਹੜਾ ਉਹ ਚੰਗਿਆਈ ਵੀ ਦਿੰਦਾ ਹੈ ਤੇ ਜਿਹਦੇ ਅੰਦਰ ਈਵਿਲ ਵੀ ਹੈ। ਇਹ ਜਿਹੜਾ ਕਨਸੈਪਟ ਹੈ ਕ੍ਰਿਸਚੀਅਨਿਟੀ ਦੇ ਵਿੱਚ ਵੀ ਤੁਰਿਆ ਆ ਰਿਹਾ ਹੈ। ਜਦੋਂ ਅਸੀਂ ਆਪਣੇ ਇੰਡੀਆ ਦੇ ਵੱਲ ਝਾਤ ਮਾਰਦੇ ਹਾਂ ਤੇ ਉਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਵੀ ਸਾਨੂੰ ਬਹੁਤ ਸਾਰੇ ਰੁੱਖ ਜਿਹੜੇ ਨੇ ਉਹ ਮਿਲ ਜਾਂਦੇ ਨੇ, ਜਿਨ੍ਹਾਂ ਨੂੰ ਪੂਜਿਆ ਜਾਂਦਾ ਹੈ, ਜਿਵੇਂ ਕਿ ਪਿੱਪਲ ਦੀ ਪੂਜਾ ਕੀਤੀ ਜਾਂਦੀ ਹੈ। ਡਾਰਵਿਨ ਇੱਕ ਵਾਰੀ ਸਾਊਥ ਅਮਰੀਕਾ ਗਿਆ, ਉੱਥੇ ਉਸਨੇ ਇੱਕ ਰੁੱਖ ਲੱਭਿਆ ਸੀ, ਜਿਸ ਰੁੱਖ ਦੇ ਸਾਹਮਣੇ ਉੱਥੋਂ ਦਾ ਇੱਕ ਕਬੀਲਾ, ਉੱਥੋਂ ਦਾ ਇੱਕ ਟ੍ਰਾਈਬ ਸਿਜਦੇ ਕਰਦਾ ਸੀਗਾ। ਨਾ ਉਸਨੂੰ ਡਿਵਾਈਨ ਮੰਨਦਾ ਸੀ, ਨਾ ਕੇਵਲ ਉਸਨੂੰ ਪਵਿੱਤਰ ਮੰਨਦਾ ਸੀ, ਉਹਨੂੰ ਸਿਜਦਾ ਕਰਦਾ ਸੀ, ਉਹਨੂੰ ਰੱਬ ਮੰਨਦਾ ਸੀਗਾ, ਸਗੋਂ ਉਸ ਰੁੱਖ ਦੇ ਸਾਹਮਣੇ ਉਹ ਆਪਣੇ ਵੱਲੋਂ ਸ਼ਿਕਾਰ ਕੀਤਾ ਹੋਇਆ ਮੀਟ ਲੈ ਕੇ ਆਉਂਦੇ ਸੀ, ਉਹ ਚੜਾਉਂਦੇ ਸੀਗੇ, ਉਹਦੀ ਪੂਜਾ ਅਰਚਨਾ ਕਰਦੇ ਸੀ, ਆਪਣੇ ਵੱਲੋਂ ਬਣਾਏ ਹੋਏ ਪਕਵਾਨ ਚੜਾਉਂਦੇ ਸੀਗੇ, ਤੋਹਫੇ ਦਿੰਦੇ ਸੀ ਉਸ ਰੁੱਖ ਨੂੰ। ਇੱਥੋਂ ਤੱਕ ਕਿ ਘੋੜੇ ਦੀ ਬਲੀ ਵੀ ਉਸ ਰੁੱਖ ਦੇ ਸਾਹਮਣੇ ਦਿੱਤੀ ਜਾਂਦੀ ਸੀ, ਤਾਂ ਕਿ ਰੁੱਖ ਖੁਸ਼ ਹੋਵੇ ਔਰ ਸਾਡੇ ਤੇ ਇਹ ਮਹਿਰਮਤ ਕਰਕੇ ਰੱਖੇ, ਸਾਡੇ ਜੀਵਨ ਵਿੱਚ ਕਦੇ ਵੀ ਦੁੱਖ ਨਾ ਆਵੇ। ਐਸੀ ਸੋਚ ਜਿਹੜੀ ਹੈ ਉਸ ਕਬੀਲੇ ਦੀ ਬਣੀ ਹੋਈ ਸੀ। ਡਾਰਵਿਨ ਇਸ ਗੱਲ ਦਾ ਜ਼ਿਕਰ ਆਪਣੀ ਕਿਤਾਬ ਦੇ ਵਿੱਚ ਕਰਦਾ ਹੈ। ਭਾਵ ਕੀ ਹੈ ਕਿ ਇਹ ਜਿਹੜਾ ਰੁੱਖਾਂ ਨੂੰ ਪੂਜਣਾ ਹੈ, ਇਹ ਵੀ ਸਾਡੇ ਪਿੱਛੋਂ ਪਿਛੋਕੜ ਦੇ ਵਿੱਚੋਂ ਬੜੇ ਸਾਡੇ ਪਾਸਟ ਵਿੱਚੋਂ ਨਿਕਲ ਕੇ ਆ ਰਿਹਾ ਹੈ। ਤੁਸੀਂ ਇੱਕ ਵਿਦਵਾਨ ਸੱਜਣ ਨੂੰ ਦਾ ਨਾਮ ਸੁਣਿਆ ਹੋਣਾ, ਜਿਹੜਾ ਸੋਸ਼ੀਓਲੋਜਿਸਟ ਹੈ, ਜਿਸਨੇ ਕਾਫੀ ਖੋਜ ਕੀਤੀ, ਪਿੱਛੇ ਜਿਹਦੇ ਕੁਝ ਲੇਖ ਵੀ ਆਏ ਸਨ, ਜਿਹਨੂੰ ਐਮਿਲੀ ਦੁਰਖਾਈਮ ਕਿਹਾ ਜਾਂਦਾ ਹੈ। ਇੱਕ ਜ਼ਿਕਰ ਕਰਦਾ ਹੈ, ਇਹ ਕਹਿੰਦਾ ਕਿ ਅਸਲ ਦੇ ਵਿੱਚ ਨਾ ਕਿ ਜਦੋਂ ਬੰਦਾ ਪ੍ਰਿਮਿਟਿਵ ਸੀਗਾ, ਪ੍ਰਿਮਿਟਿਵ ਮੈਨ ਸੀਗਾ, ਜਿਹੜਾ ਭਾਵ ਜਿਹੜਾ ਆਦੀਵਾਸੀ ਸੀਗਾ, ਇਕੱਲਾ ਬੰਦਾ ਰਹਿੰਦਾ ਹੁੰਦਾ ਸੀ, ਪਹਿਲਾਂ ਇਕੱਲਾ ਸੀ, ਜਦੋਂ ਪੁਰਾਤਨ ਸਮੇਂ ਦੇ ਵਿੱਚ, ਜਦੋਂ ਇਕੱਲਾ ਜੰਗਲਾਂ ਦੇ ਵਿੱਚ ਭਟਕਦਾ ਹੁੰਦਾ ਸੀਗਾ, ਜਦੋਂ ਇਹਨੂੰ ਕੋਈ ਆਪਣਾ ਇਨਸਾਨ ਮਿਲਦਾ ਸੀ, ਆਪਣਾ ਕੋਈ ਜੀਵ ਮਿਲਦਾ ਸੀਗਾ ਜਾਂ ਕੋਈ ਮਨੁੱਖ ਮਿਲਦਾ ਸੀ, ਉਸ ਮਨੁੱਖ ਨੂੰ ਮਿਲ ਕੇ ਬੜਾ ਖੁਸ਼ ਹੁੰਦਾ ਸੀ। ਜਦੋਂ ਇਕੱਠ ਹੋ ਜਾਂਦਾ ਸੀ ਨਾ ਮਨੁੱਖਾਂ ਦਾ, ਉਸ ਇਕੱਠ ਵਿੱਚ ਇੱਕ ਖੁਸ਼ੀ ਮਹਿਸੂਸ ਕਰਦਾ ਸੀਗਾ। ਹੁਣ ਫਿਰ ਜਦੋਂ ਜੰਗਲ ਵਿੱਚ ਅੱਗੇ ਵੱਧ ਗਿਆ, ਯਾਤਰਾ ਕੀਤੀ ਇਸਨੇ, ਇਕੱਲਾ ਹੋ ਗਿਆ, ਫਿਰ ਉਦਾਸ ਹੋ ਗਿਆ। ਹੁਣ ਜਦੋਂ ਉਦਾਸ ਹੋਇਆ ਨਾ, ਫਿਰ ਮੁੜ ਕੇ ਸੋਚਦਾ ਹੈ ਵੀ ਮੈਨੂੰ ਉਹ ਖੁਸ਼ੀ ਦੁਬਾਰਾ ਕਿਉਂ ਨਾ ਹਾਸਲ ਹੋਵੇ। ਹੁਣ ਉਹ ਖੁਸ਼ੀ ਬਾਰੇ ਸੋਚਦਾ ਹੈ, ਉਹ ਹੈਪੀਨੈਸ ਬਾਰੇ ਸੋਚਦਾ ਵੀ ਕਿਉਂ ਮਿਲੀ। ਹੁਣ ਉਹ ਸੋਚਦਾ ਸੀਗਾ ਕਿ ਜਿਸ ਰੁੱਖ ਦੇ ਥੱਲੇ ਮੈਂ ਉਹਨਾਂ ਨੂੰ ਮਿਲਿਆ, ਬੰਦਿਆਂ ਨੂੰ ਭੁੱਲ ਜਾਂਦਾ ਹੈ, ਰੁੱਖ ਨੂੰ ਯਾਦ ਰੱਖਦਾ ਹੈ ਕਿ ਰੁੱਖ ਦੇ ਕਰਕੇ ਮੈਨੂੰ ਖੁਸ਼ੀ ਮਿਲੀ, ਕਿਉਂਕਿ ਰੁੱਖ ਥੱਲੇ ਮਿਲੇ ਸੀ ਸਾਰੇ ਦੇ ਸਾਰੇ, ਕਿਸੇ ਨਦੀ ਦੇ ਕੰਢੇ ਉੱਤੇ ਮਿਲੇ ਸੀ ਸਾਰੇ ਦੇ ਸਾਰੇ, ਕਿਸੇ ਪਹਾੜ ਦੇ ਲਾਗੇ ਮਿਲੇ ਸੀ ਸਾਰੇ ਦੇ ਸਾਰੇ ਬੰਦੇ। ਹੁਣ ਉਹ ਪਹਾੜ, ਉਹ ਨਦੀ, ਉਹ ਰੁੱਖ ਯਾਦ ਰਹਿ ਗਿਆ, ਲੇਕਿਨ ਬੰਦੇ ਭੁੱਲ ਗਏ ਵਿੱਚੋਂ, ਕਿਉਂਕਿ ਸਾਡੀ ਮਨੋਵਿਗਿਆਨ ਕਹਿੰਦਾ ਹੈ ਕਿ ਅਸੀਂ ਜਿਹੜਾ
ਹਿਊਮਨ ਜਿਹੜਾ ਹੈ ਇੱਕ ਸੋਸ਼ਲ ਐਨੀਮਲ ਹੈ, ਇੱਕ ਸਮਾਜਿਕ ਜੀਵ ਹੈ। ਕੱਲਾ ਇਹ ਕਦੇ ਖੁਸ਼ ਨਹੀਂ ਰਹਿ ਸਕਦਾ। ਹੁਣ ਤੁਸੀਂ ਵੇਖੋ ਕੋਰੋਨਾ COVID-19 ਦੇ ਕਰਕੇ ਸਭ ਤੋਂ ਵੱਧ ਡਿਪਰੈਸ਼ਨ ਇਹ ਵੀ ਵੱਧ ਰਹੀ ਹੈ ਕਿ ਬੰਦਾ ਘਰ ਵਿੱਚ ਕੱਲਾ ਮਹਿਸੂਸ ਕਰ ਰਿਹਾ ਹੈ, ਕਿਉਂਕਿ ਇਹ ਸੋਸ਼ਲ ਐਨੀਮਲ ਹੈ। ਈਵਨ ਤੁਸੀਂ ਦੇਖੋ ਕਿ ਹੁਣ ਅਸੀਂ ਜੁੜੇ ਹਾਂ ਸੋਸ਼ਲ ਮੀਡੀਆ ਉੱਤੇ, ਤੇ ਤੁਸੀਂ ਵਿਚਾਰਾਂ ਤੋਂ ਪਹਿਲਾਂ ਸਾਰੇ ਖੁਸ਼ ਹੋ ਰਹੇ ਸੀਗੇ, ਹੱਸ ਖੇਡ ਰਹੇ ਸੀ, ਗੱਲਾਂ ਕਰ ਰਹੇ ਸੀਗੇ, ਬੜੇ ਮੁਸਕਰਾ ਰਹੇ ਸੀ। ਕਾਰਨ ਹੈ ਕਿ ਸੋਸ਼ਲ ਮੀਡੀਆ ਤੇ ਵੀ ਐਸੇ ਐਪਸ ਬਣਾਏ ਗਏ ਜਿਹੜੇ ਸਾਨੂੰ ਜੋੜ ਕੇ ਰੱਖਦੇ ਨੇ ਸਮਾਜ ਦੇ ਨਾਲ, ਜਿਹੜੇ ਸਾਨੂੰ ਲੋਕਾਂ ਦੇ ਨਾਲ ਜੋੜ ਕੇ ਰੱਖਦੇ, ਜਿਵੇਂ ਫੇਸਬੁੱਕ ਹੈ, ਜਿਵੇਂ WhatsApp ਹੈ, ਜਾਂ ਜੇ ਅਸੀਂ ਮਾਲਸ ਨੂੰ ਦੇਖਦੇ ਹਾਂ ਕਿ ਇੱਕ ਬੰਦਾ ਇੱਕ ਦੁਕਾਨ ਤੇ ਜਾ ਕੇ ਸਮਾਨ ਖਰੀਦ ਕੇ ਲੈ ਕੇ ਆ ਸਕਦਾ ਹੈ, ਪਰ ਜਦੋਂ ਉਹ ਮਾਲ ਵਿੱਚ ਜਾਂਦਾ ਹੈ ਜਿੱਥੇ ਬਹੁਤ ਸਾਰੇ ਲੋਕ ਜਮਾ ਨੇ, ਉੱਥੇ ਉਹ ਖੁਸ਼ੀ ਮਹਿਸੂਸ ਕਰਦਾ ਹੈ। ਥੋੜੀ ਜਿਹੀ ਬਾਰੀਕ ਬਾਤ ਹੈ, ਇਸ ਨੂੰ ਸਮਝਣ ਦਾ ਯਤਨ ਕਰਨਾ ਕਿ ਜਦੋਂ ਬੰਦਾ ਕੋਲੈਕਟਿਵਲੀ ਇਕੱਠਾ ਹੁੰਦਾ ਹੈ, ਮਖਲੂਕਾਤ ਬੰਦੇ ਇਕੱਤਰ ਹੁੰਦੇ ਨੇ, ਇਹ ਵਧੇਰੇ ਖੁਸ਼ੀ ਮਹਿਸੂਸ ਕਰਦਾ ਹੈ। ਤਰਖਾਇਮ ਇਸੇ ਗੱਲ ਨੂੰ ਪ੍ਰੋੜਤਾ ਕਰਦੇ ਹੋਏ ਕਹਿੰਦਾ ਸੀ, ਉਹ ਕਹਿੰਦਾ ਬੰਦੇ ਨੇ ਸੋਚਿਆ ਵੀ ਮੇਰੀ ਖੁਸ਼ੀ ਦਾ ਅਹਿਸਾਸ ਜਿਹੜਾ ਹੈ, ਜਦੋਂ ਅਸੀਂ ਸਾਰੇ ਇਕੱਠੇ ਹੋਏ, ਉਸ ਅਹਿਸਾਸ ਨੂੰ ਉਸਨੇ ਉਸ ਰੁੱਖ ਦੇ ਨਾਲ ਜੋੜ ਦਿੱਤਾ। ਉਹ ਉਸ ਰੁੱਖ ਦੀ ਪੂਜਾ ਕਰਨ ਲੱਗਾ, ਇਕੱਲਾ ਜਾਂਦਾ ਹੈ, ਫਿਰ ਉਹਦੀ ਪੂਜਾ ਕਰਦਾ ਹੈ, ਸ਼ਾਇਦ ਮੈਨੂੰ ਉਹ ਖੁਸ਼ੀ ਦਾ ਅਹਿਸਾਸ ਫੇਰ ਹੋ ਜਾਵੇ, ਮੁੜ ਕੇ ਹੋ ਜਾਵੇ। ਇਸੇ ਹੀ ਗੱਲ ਨੂੰ ਅੱਗੇ ਤੋਰਦੇ ਹਾਂ, ਅੱਜ ਅਸੀਂ ਅਜੋਕੇ ਸਮੇਂ ਦੀ ਘਟਨਾ ਦਾ ਜ਼ਿਕਰ ਵੀ ਕਰ ਲੈਂਦੇ ਹਾਂ ਕਿ ਪਾਤਸ਼ਾਹ ਜੀ ਤੇ ਕਹਿੰਦੇ ਨੇ ਵੀ ਬੇਨਤੀ ਜਿਹੜੇ ਨੇ ਉਹ ਬਿਰਖ ਨੇ, ਬਹੁਤ ਸਾਰੇ ਰੁੱਖ ਨੇ ਇਸ ਧਰਤੀ ਦੇ ਉੱਤੇ ਮੌਜੂਦ ਨੇ, ਤੂੰ ਉਹਨਾਂ ਦੇ ਨਾਲ ਉਸ ਕਰਤੇ ਦੀ ਕ੍ਰਿਤ ਦੇ ਨਾਲ ਜੁੜ, ਉਹਨਾਂ ਦੇ ਵਿੱਚੋਂ ਮਦਰ ਨੇਚਰ ਵਿੱਚੋਂ ਤੂੰ ਚੰਗਾ ਗੁਣ ਲੈ ਸਕਦਾ ਹੈ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਰੁੱਖਾਂ ਦੀ ਜੀਰਾਂਤ ਕਿ ਤੇਰੇ ਅੰਦਰ ਐਸੀ ਪੇਸ਼ੈਂਸ ਹੋਵੇ, ਤੂੰ ਉਸ ਪੇਸ਼ੈਂਸ ਨੂੰ ਇੱਕ ਰੁੱਖ ਦੇ ਵਿੱਚੋਂ ਲੈ ਸਕਦਾ ਹੈ ਕਿ ਕਿਵੇਂ ਇੱਕ ਬੀਜ ਫੁੱਟਿਆ, ਫਿਰ ਮੌਸਮ ਬਦਲਿਆ, ਮੌਸਮ ਬਦਲਣ ਦੇ ਨਾਲ ਉਹਦੇ ਉੱਤੇ ਲਹਿਰਾਂ ਆਈਆਂ, ਕਰੂੰਬਲਾਂ ਆਈਆਂ, ਪੱਤੇ ਆਏ, ਫਿਰ ਮੌਸਮ ਬਦਲਿਆ, ਫਿਰ ਤਾਂ ਜਾ ਕੇ ਉਸ ਰੁੱਖ ਦੇ ਉੱਤੇ ਫਲ ਲੱਗਾ। ਉਸ ਰੁੱਖ ਨੇ ਪਤਾ ਨਹੀਂ ਕਿੰਨੇ ਤੂਫਾਨ ਝੱਲੇ, ਕਿੰਨੀਆਂ ਧੁੱਪਾਂ ਝੱਲੀਆਂ, ਕਿੰਨੇ ਮੀਂਹ ਝੱਲੇ, ਤਾਂ ਜਾ ਕੇ ਕਿਤੇ ਉਸ ਨੂੰ ਫਲ ਨਸੀਬ ਹੁੰਦਾ ਹੈ। ਸਾਨੂੰ ਇਹ ਪੇਸ਼ੈਂਸ ਉਸ ਰੁੱਖ ਦੇ ਵਿੱਚੋਂ ਮਿਲਦੀ ਹੈ। ਲੇਕਿਨ ਅਸੀਂ ਕੀ ਕੀਤਾ, ਦੇਖੋ ਜੋ ਚੀਜ਼ ਗੁਰੂ ਸਾਹਿਬ ਨਾਲ ਜੁੜ ਜਾਂਦੀ ਹੈ ਸਾਡੇ ਵਾਸਤੇ ਸਤਿਕਾਰਯੋਗ ਹੋ ਜਾਂਦੀ ਹੈ। ਜਿਹੜੀ ਵੀ ਚੀਜ਼ ਗੁਰੂ ਸਾਹਿਬ ਨਾਲ ਜੁੜ ਗਈ ਉਹ ਸਾਡੇ ਵਾਸਤੇ ਸਤਿਕਾਰਯੋਗ ਹੈ। ਪਰ ਪਿੱਛੇ ਤੁਸੀਂ ਇਹ ਘਟਨਾ ਦਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਬੜੀ ਵਾਇਰਲ ਵੀ ਹੋਈ ਵੇਖੀ ਹੋਣੀ ਕਿ ਸੁਲਤਾਨਪੁਰ ਲੋਧੀ ਦੇ ਅੰਦਰ ਇੱਕ ਬੇਰੀ ਵਿੱਚੋਂ ਖੂਨ ਨਿਕਲ ਗਿਆ, ਉਸ ਨੂੰ ਉਹ ਵਾਇਰਲ ਵੀ ਹੋ ਗਈ, ਔਰ ਮੰਨਿਆ ਗਿਆ ਕਿ 1984 ਦੇ ਵਿੱਚ ਵੀ ਉਹਦੇ ਵਿੱਚੋਂ ਲਹੂ ਨਿਕਲਿਆ ਸੀ। ਕਿਤੇ ਨਾ ਕਿਤੇ ਕਰੋਪੀ ਨਾਲ ਜੋੜ ਦਿੱਤਾ ਰੱਬ ਦੀ, ਕਿ ਉਹ ਤੇ ਰੱਬ ਦੀ ਕਰੋਪੀ ਹੋ ਗਈ। ਫਿਰ ਇਸ ਤੋਂ ਬਾਅਦ ਹੁਣ ਇਹ ਮੰਨਿਆ ਗਿਆ ਵੀ COVID-19 ਦੇ ਕਰਕੇ ਉਹਦੇ ਵਿੱਚੋਂ ਮੁੜ ਕੇ ਜਿਹੜਾ ਹੈ ਉਹ ਲਹੂ ਨਿਕਲਿਆ ਹੈ, ਔਰ ਉਸ ਲਹੂ ਦੇ ਕਰਕੇ ਇਹ ਕਰੋਪੀ ਜਿਹੜੀ ਹੈ ਇਹ ਮਨੁੱਖਤਾ ਦੇ ਉੱਤੇ ਹੋ ਰਹੀ ਹੈ। ਇੱਕ ਇੰਡੀਕੇਸ਼ਨ ਸਾਨੂੰ ਉਹਦੇ ਵਿੱਚੋਂ ਮਿਲ ਰਹੀ ਹੈ, ਉਸ ਬੇਰੀ ਵਿੱਚੋਂ ਮਿਲ ਰਹੀ ਹੈ। ਵੈਸੇ ਤੇ ਗਿਆਨੀ ਜੀ ਨੇ ਉੱਥੋਂ ਦੇ ਉਸ ਗੱਲ ਨੂੰ ਸਪਸ਼ਟ ਕਰ ਦਿੱਤੀ ਸੀ, ਪਰ ਫਿਰ ਵੀ ਬਹੁਤਾਇਤ ਰੂਪ ਦੇ ਅੰਦਰ ਹਲੇ ਵੀ ਅਗਿਆਨਤਾ ਸਾਨੂੰ ਦਿਸਣ ਨੂੰ ਮਿਲੀ ਕਿ ਸੋਸ਼ਲ ਮੀਡੀਆ ਤੇ ਉੱਤੇ ਅਸੀਂ ਬਹੁਤ ਸਾਰੇ ਐਸੇ ਕਮੈਂਟ ਵੇਖੇ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਇਹਨੂੰ, ਜਿੱਥੇ ਇਹ ਗੱਲ ਆਖੀ ਜਾ ਰਹੀ ਕਿ ਸਰੂਪਾ ਬੰਨਿਆ ਜਾਵੇ, ਜਾਂ ਇਹ ਕਰੋਪੀ ਹੈ, ਜਾਂ ਇਹ ਗੁਰੂ ਨਾਨਕ ਮਹਾਰਾਜ ਜੀ ਦਾ ਜਿਹੜਾ ਹੈ ਇਹ ਕਰੋਪੀ ਸਾਡੇ ਉੱਤੇ ਹੋ ਰਹੀ ਹੈ, ਐਸਾ ਕੁਝ ਨਹੀਂ ਸੀ। ਜਦੋਂ ਅਸੀਂ ਰੁੱਖਾਂ ਦੀ ਜਿਹੜੀ ਬੋਟਨੀ ਦੀ ਸਟੱਡੀ ਕਰਦੇ ਹਾਂ, ਬੋਟੈਨੀਕਲ ਰਿਸਰਚ ਇੰਸਟੀਚਿਊਟ ਟੈਕਸਸ ਨੇ ਇੱਕ ਲੇਖ ਛਾਪਿਆ ਸੀਗਾ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਅਸਲ ਵਿੱਚ ਇਹ ਐਸੇ ਰੁੱਖ ਤੁਹਾਨੂੰ ਪੂਰੇ ਵਰਲਡ ਦੇ ਵਿੱਚ ਮਿਲ ਜਾਂਦੇ ਨੇ। ਇਹ ਜਿਹੜਾ ਇੱਕ ਇਹਦੀ ਸਪੀਸੀਜ਼ ਹੈ ਜਿਹੜੀ ਤੁਸੀਂ ਸੁਲਤਾਨਪੁਰ ਲੋਧੀ ਦੇਖਦੇ ਹੋ, ਬੜਾ ਦੁਰਲਭ ਪੇੜ ਹੋਏਗਾ, ਇਹ ਬੜਾ ਦੁਰਲਭ, ਬੜਾ ਰੁੱਖ ਦੁਰਲਭ ਹੈ, ਇਸ ਨੂੰ ਸਾਂਭਣ ਦੀ ਲੋੜ ਹੈ, ਦੁਰਲਭ ਰੁੱਖ ਹੈ। ਲੇਕਿਨ ਇਹਦਾ ਜਿਹੜਾ ਮੂਲ ਹੈ, ਇਹਦਾ ਉਸ ਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਇਹਦਾ ਮੂਲ ਹੈ ਉਹ ਕੀ ਹੈ, ਉਹ ਅਸਲ ਦੇ ਵਿੱਚ ਡਰੈਸੀਨਾ ਕੰਬੋਡੀਆ ਨਾਮ ਦਾ ਰੁੱਖ ਹੈ। ਡਰੈਸੀਨਾ ਕੰਬੋਡੀਆ ਮੂਲ ਰੁੱਖ ਹੈ, ਡਰੈਸੀਨਾ ਕੰਬੋਡੀਆ ਇਹਦਾ ਜਿਹੜਾ ਨੇਮ ਹੈ। ਫਿਰ ਇਹਦੇ ਅੱਗੇ ਸਪੀਸੀਜ਼ ਬਣੇ, ਜਿੱਦਾਂ ਕਿ ਬਿੱਲੀ ਤੋਂ ਕਿਹਾ ਜਾਂਦਾ ਵੀ ਸ਼ੇਰ ਬਣਿਆ, ਬਿੱਲੀ ਤੋਂ ਕਿਹਾ ਜਾਂਦਾ ਵੀ ਚੀਤਾ ਬਣਿਆ, ਮੇਨ ਬਿੱਲੀ ਨੂੰ ਮੰਨਿਆ ਜਾਂਦਾ। ਇਸੇ ਤਰ੍ਹਾਂ ਇੱਕ ਮੇਨ ਰੁੱਖ ਹੈ ਜਿਹਦੇ ਵਿੱਚੋਂ ਵੱਖਰੇ ਵੱਖਰੇ ਇਹ ਰੁੱਖ ਜਿਹੜੇ ਨੇ ਉਹ ਬਣੇ, ਇਹਨਾਂ ਦੀ ਸਪੀਸੀਜ਼ ਤਿਆਰ ਹੋ ਗਈ। ਇਹ ਰੁੱਖ ਕੇਵਲ ਪੰਜਾਬ ਦੇ ਵਿੱਚ ਨਹੀਂ ਮਿਲਦਾ, ਇਹ ਤੁਹਾਨੂੰ ਬਿਹਾਰ ਦੇ ਵਿੱਚ ਵੀ ਮਿਲਦਾ ਹੈ, ਇਹ ਰੁੱਖ ਮਹਾਰਾਸ਼ਟਰ ਦੇ ਅੰਦਰ ਵੀ ਮਿਲਦਾ ਹੈ, ਐਸਾ ਹੀ ਰੁੱਖ ਉੜੀਸਾ ਦੇ ਵਿੱਚ ਵੀ ਪਾਇਆ ਜਾਂਦਾ ਹੈ।
इसनूं एंशिएंट समय ਦੇ ਵਿੱਚ ਮੰਨਿਆ ਜਾਂਦਾ ਸੀ ਕਿ ਜਿਹੜਾ ਇਹ ਜਿਹਨੂੰ ਅਸੀਂ ਕਹਿੰਦੇ ਨਾ ਕਿ ਬਲੱਡ ਨਿਕਲਿਆ ਹੈ, ਅਸਲ ਦੇ ਵਿੱਚ ਇਹ ਰੇਸਿਨ ਹੁੰਦਾ ਹੈ। ਰੇਸਿਨ ਇਸਨੂੰ ਕਿਹਾ ਜਾਂਦਾ ਹੈ। ਇੱਕ ਐਸਾ ਤਰਲ ਪਦਾਰਥ ਜਦੋਂ ਉਸ ਰੁੱਖ ਵਿੱਚੋਂ ਨਿਕਲਦਾ ਹੈ, ਔਰ ਉਸ ਰੁੱਖ ਵਿੱਚੋਂ ਨਿਕਲਣ ਦੇ ਕਰਕੇ ਜਦੋਂ ਆਕਸੀਜਨ ਦੇ ਨਾਲ ਉਹਦਾ ਮਿਲਾਪ ਹੁੰਦਾ ਹੈ ਤਾਂ ਉਹਦਾ ਐਸਾ ਰੰਗ ਲੈ ਲੈਂਦਾ ਹੈ। ਪਰ ਇਹ ਜਿਹੜਾ ਰੇਸਿਨ ਹੈ, ਇਹ ਜਿਹੜਾ ਰਸ ਹੈ, ਇਹ ਮੈਡੀਸਨ ਦੇ ਤੌਰ ਤੇ ਯੂਜ਼ ਹੁੰਦਾ ਸੀਗਾ। ਇਹ ਬਾਡੀ ਆਇਲ ਦੇ ਤੌਰ ਤੇ ਲਾਇਆ ਜਾਂਦਾ ਸੀ। ਵਾਰਨਿਸ਼ ਦੇ ਵਿੱਚ ਇਹਦਾ ਯੂਜ਼ ਹੁੰਦਾ ਸੀਗਾ। ਸੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਿ ਸੱਜਣਾ, ਇੱਕ ਰੁੱਖ ਦੇ ਨਾਲ ਜੁੜੇਗਾ ਤੇ ਕਿਤੇ ਟਪਲਾ ਨਾ ਖਾ ਜਾਈਂ। ਇਸ ਧਰਤੀ ਦੇ ਉੱਤੇ ਬੇਅੰਤ ਰੁੱਖ ਮੌਜੂਦ ਨੇ। ਸਿਕੋਈਆ ਇੱਕ ਨਾਮ ਦਾ ਰੁੱਖ ਧਰਤੀ ਦੇ ਉੱਤੇ ਪਾਇਆ ਜਾਂਦਾ। 3000 ਸਾਲ ਪੁਰਾਣਾ ਰੁੱਖ ਮੌਜੂਦ ਹੈ ਧਰਤੀ ਦੇ ਉੱਤੇ। 3000 ਸਾਲ ਪੁਰਾਣੇ ਰੁੱਖ ਧਰਤੀ ਦੇ ਉੱਤੇ ਮੌਜੂਦ ਨੇ ਤੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਤੂੰ ਉਸ ਰੁੱਖ ਦੇ ਵਿੱਚੋਂ ਨਾ ਪੇਸ਼ੈਂਸ ਸਿੱਖਣੀ ਹੈ। ਤੂੰ ਅੰਧ ਵਿਸ਼ਵਾਸ ਦੇ ਨਾਲ ਨਹੀਂ ਜੁੜਨਾ, ਕਿਉਂਕਿ ਇਸ ਧਰਤੀ ਉੱਤੇ ਬੇਅੰਤ ਹੀ ਰੁੱਖ ਜਿਹੜੇ ਨੇ ਉਹ ਮੌਜੂਦ ਨੇ। ਇੱਕ ਘਟਨਾ ਦਾ ਜ਼ਿਕਰ ਮੈਂ ਤੁਹਾਡੇ ਨਾਲ ਹੋਰ ਕਰਨਾ ਚਾਹਾਂਗਾ, ਸੱਚੀ ਘਟਨਾ ਹੈ। ਪਟਿਆਲੇ ਦੇ ਵਿੱਚ ਘਟਨਾ ਵਾਪਰੀ। ਸਾਡੇ ਬਹੁਤ ਵੱਡੇ ਵਿਦਵਾਨ ਡਾਕਟਰ ਸੱਜਣ ਨੇ, ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਵੀ ਕੀਤਾ। ਉਹ ਡਾਕਟਰ ਸੀਗੇ, ਲੇਡੀ ਡਾਕਟਰ ਨੇ, ਤੇ ਕਹਿੰਦੇ ਵੀ ਮੇਰੇ ਕੋਲ ਮਰੀਜ਼ ਆਈ ਇੱਕ, ਔਰ ਉਹ ਮਰੀਜ਼ ਜਦੋਂ ਮੇਰੇ ਕੋਲ ਆਈ ਤੇ ਆ ਕੇ ਦੱਸਦੇ ਨੇ ਵੀ ਉਹ ਜਣੇਪਾ ਹੋਣ ਵਾਲਾ ਹੈ ਤੇ ਨਾਲ ਸੱਸ ਹੈ, ਤੇ ਸੱਸ ਦੀ ਇਹ ਚਾਹਤ ਹੈ ਕਿ ਮੇਰੇ ਘਰ ਪੋਤਰਾ ਹੋਵੇ। ਤੇ ਉਹ ਕਹਿੰਦੇ ਵੀ ਚਲੋ, ਮੈਂ ਉਹਨਾਂ ਨੂੰ ਕਿਹਾ ਤੁਸੀਂ ਵੇਟ ਕਰੋ, ਥੋੜੀ ਦੇਰ ਬਾਅਦ ਮੈਂ ਚੈੱਕਅਪ ਕਰਦੀ ਹਾਂ। ਤੇ ਕਹਿੰਦੇ ਜਦੋਂ ਬਾਹਰ ਜਾ ਕੇ ਉਹਨਾਂ ਨੇ ਵੇਟ ਕੀਤੀ ਤੇ ਇੱਕ ਰੁੱਖ ਦੇ ਥੱਲੇ ਬਹਿ ਗਏ। ਪਿੱਪਲ ਦਾ ਰੁੱਖ ਸੀਗਾ ਤੇ ਰੁੱਖ ਥੱਲੇ ਬੈਠੇ ਤੇ ਉੱਤੋਂ ਕਾਂ ਨੇ ਵਿੱਠ ਕਰ ਦਿੱਤੀ। ਕਾਂ ਨੇ ਵਿੱਠ ਕੀਤੀ ਤੇ ਨੂੰਹ ਦੇ ਸਿਰ ਤੇ ਪੈ ਗਈ। ਸੱਸ ਨਾਲ ਬੈਠੀ ਹੈ, ਹੁਣ ਸੱਸ ਕਹਿੰਦੀ ਲੈ ਵੀ ਅਪਸ਼ਗਨੀ ਹੋ ਗਈ, ਕਿਉਂਕਿ ਕਾਂ ਨੂੰ ਅਪਸ਼ਗਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਹ ਕਹਿੰਦੇ ਵੀ ਅਪਸ਼ਗਨੀ ਹੋ ਗਈ, ਹੁਣ ਇਹ ਜਿਹੜਾ ਬੱਚਾ ਹੋਏਗਾ ਉਹ ਬੇਟਾ ਨਹੀਂ ਹੋ ਸਕਦਾ, ਉਹ ਬੇਟੀ ਹੋਏਗੀ। ਕਿਉਂਕਿ ਵਿਰਾਸਤੀ ਹੈ ਨਾ ਸਾਡੀ, ਅੱਜ ਵੀ ਅਸੀਂ ਐਸੀ ਸੋਚ ਰੱਖ ਰਹੇ ਹਾਂ, ਅੱਜ ਵੀ ਅਸੀਂ ਐਸੇ ਸੋ ਕਾਲਡ ਐਜੂਕੇਟਿਡ ਸਮਾਜ ਵਿੱਚ ਜੀ ਰਹੇ ਹਾਂ ਜਿੱਥੇ ਸਾਡੀ ਚਾਹਤਾਂ ਐਸੀਆਂ ਨੇ। ਸੋ ਡਾਕਟਰ ਕੋਲ ਨੂੰਹ ਰਾਣੀ ਗਈ ਤੇ ਆਪਣੀ व्यथा ਦੱਸੀ ਵੀ ਮੈਨੂੰ ਤੇ ਤਾਨੇ ਮੇਨੇ ਬੜੇ ਪੈ ਰਹੇ ਨੇ ਵੀ ਅਪਸ਼ਗਨ ਹੋ ਗਿਆ, ਤੂੰ ਹੁਣ ਕੁੜੀ ਨੂੰ ਜਨਮ ਦੇਣਾ ਹੈ, ਵੀ ਇਹਨੂੰ ਸਮਝਾਓ। ਤੇ ਡਾਕਟਰ ਨੇ ਸਮਝਾਇਆ ਵੀ ਰੁੱਖ ਦੇ ਨਾਲ, ਰੁੱਖ ਦੇ ਉੱਤੇ ਬੈਠੇ ਹੋਏ ਕਿਸੇ ਕਾਂ ਦੇ ਨਾਲ, ਕਿਸੇ ਜਾਨਵਰ ਦੇ ਨਾਲ ਭਰੂਣ ਦਾ ਜਿਹੜਾ 8 ਮਹੀਨੇ ਦਾ ਜਿਹੜਾ ਪੀਰੀਅਡ ਹੈ ਉਹ ਚੇਂਜ ਨਹੀਂ ਹੋ ਸਕਦਾ, ਏਦਾਂ ਨਹੀਂ ਹੋ ਸਕਦਾ। ਉਹ ਕਹਿੰਦੇ ਵੀ ਤੂੰ ਕੀ ਜਾਣੇ, 2 ਕਿਤਾਬਾਂ ਪੜ੍ਹ ਕੇ ਤੂੰ ਮੈਨੂੰ ਸਿਖਾ ਰਹੀ ਹੈ ਤੇ ਅਪਸ਼ਗਨ ਹੋ ਗਈ। ਖੈਰ, ਕਹਿੰਦੇ ਕਿ ਬੱਚਾ ਹੋਇਆ ਤੇ ਕੁਦਰਤ ਦਾ ਪਾਣਾ ਇਹ ਵਾਪਰਿਆ ਵੀ ਬੇਟਾ ਹੋ ਗਿਆ। ਹੁਣ ਉਹ ਡਾਕਟਰ ਲਿਖਦੀ ਹੈ, ਕਹਿੰਦੀ ਵੀ ਮੇਰੇ ਮਨ ਵਿੱਚ ਇੱਕ ਗੱਲ ਆਈ ਕਿ ਚਲੋ ਮੈਂ ਇੱਕ ਪਰਿਵਾਰ ਦਾ ਵਹਿਮ ਭਰਮ, ਇੱਕ ਬੀਬੀ ਦਾ ਵਹਿਮ ਤੇ ਮੈਂ ਦੂਰ ਕਰ ਦਾਂਗੀ। ਚਲੋ ਬੱਚਾ ਹੋ ਗਿਆ ਤੇ ਬੇਟਾ ਹੋ ਗਿਆ, ਵੀ ਰੁੱਖ ਨੇ ਔਰ ਉਸ ਕਾਂ ਦੀ ਵਿੱਠ ਨੇ ਉਹਦੇ ਉੱਤੇ ਕੋਈ ਅਸਰ ਨਹੀਂ ਪਾਇਆ। ਕਹਿੰਦੇ ਵੀ ਉਹ ਬੀਬੀ ਆਈ ਬੜੀ ਖੁਸ਼, ਉਹਦੇ ਹੱਥ 'ਚ ਪੋਤਰਾ ਫੜਾਇਆ ਡਾਕਟਰ ਨੇ, ਤੇ ਡਾਕਟਰ ਕਹਿਣ ਲੱਗੇ ਵੀ ਹੁਣ ਤੇ ਮਾਤਾ ਖੁਸ਼ ਹੈ ਨਾ, ਹੁਣ ਤੇ ਵਹਿਮ ਨਹੀਂ ਕਰੇਗੀ, ਹੁਣ ਉਸ ਰੁੱਖ ਦਾ ਕੋਈ ਅਸਰ ਨਹੀਂ ਨਾ, ਉਸ ਕਾਂ ਦਾ ਕੋਈ ਅਸਰ ਨਹੀਂ। ਤੇ ਉਹ ਸੱਸ ਜਿਹੜੀ ਸੀਗੀ ਉਹ ਕਹਿਣ ਲੱਗੀ, ਕਹਿੰਦੀ ਲੈ ਅਸਰ ਕਿਉਂ ਨਹੀਂ, ਅਸਰ ਹੀ ਹੋਇਆ ਤਾਂ ਹੀ ਬੇਟਾ ਹੋਇਆ। ਕਹਿੰਦੀ ਹੁਣ ਜਦੋਂ ਦੂਜੀ ਨੂੰਹ ਦੇ ਘਰ ਬੱਚਾ ਹੋਣ ਵਾਲਾ ਹੋਏਗਾ, ਉਸੇ ਰੁੱਖ ਦੇ ਥੱਲੇ ਉਦੋਂ ਤੱਕ ਬਿਠਾਣਾ ਜਦੋਂ ਤੱਕ ਕਾਂ ਵਿੱਠ ਨਹੀਂ ਕਰਦਾ, ਤਾਂ ਕਿ ਬੇਟਾ ਨਾ ਹੋਏ। ਇੱਕ ਨਵੀਂ ਬਿਰਤ ਚੱਲ। ਹੁਣ ਇਹ ਐਸਾ ਅੰਧ ਵਿਸ਼ਵਾਸ ਜਿਹੜਾ ਹੈ, ਇਸ ਢੰਗ ਦੇ ਨਾਲ ਅੰਧ ਵਿਸ਼ਵਾਸ ਜਿਹੜੇ ਨੇ ਇਹ ਜੁੜਦੇ ਸ਼ੁਰੂ ਹੋ ਗਏ। ਪਰ ਪਾਤਸ਼ਾਹ ਜੀ ਕਹਿੰਦੇ ਲੈਣਾ ਤੇ ਤੂੰ ਉਹਦੇ ਵਿੱਚੋਂ, ਉਸ ਰੁੱਖ ਵਿੱਚੋਂ ਗੁਣ ਸੀਗਾ, ਪੇਸ਼ੈਂਸ ਲੈਣਾ ਸੀਗਾ, ਉਹ ਪੇਸ਼ੈਂਸ ਲਿਆ ਨਹੀਂ, ਤੂੰ ਇੱਥੇ ਸਟਕ ਹੋ ਕੇ ਰਹਿ ਗਿਆ। ਸੋ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਕਹਿੰਦੇ ਨੇ ਵੀ ਪੁਰਖ ਬਿਰਖ ਔਰ ਤੀਰਥ, ਇੱਥੇ ਇੱਕ ਨਹੀਂ ਬੇਅੰਤ ਪ੍ਰਕਾਰ ਦੇ ਤੀਰਥ ਇਸ ਧਰਤੀ ਦੇ ਉੱਤੇ ਮੌਜੂਦ ਨੇ। 68 ਤੀਰਥਾਂ ਦਾ ਦੇਸ਼ ਤੇ ਅਸੀਂ ਆਪਣੇ ਇੰਡੀਆ ਦੇ ਵਿੱਚ ਹੀ ਦੇਖਦੇ ਨੇ, ਤੇ ਬਹੁਤ ਸਾਰੇ ਤੀਰਥ ਇਸ ਪੂਰੇ ਵਰਲਡ ਦੇ ਅੰਦਰ ਮੌਜੂਦ ਨੇ। ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਅਸੀਂ ਇਹਨਾਂ ਬੇਅੰਤ ਤੀਰਥਾਂ ਦੇ ਨਾਲ ਨਹੀਂ ਜੁੜਨਾ, ਅਸੀਂ ਉਹਨਾਂ ਬੇਅੰਤ ਤੀਰਥਾਂ ਦਾ ਸਤਿਕਾਰ ਕਰਨਾ ਹੈ, ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜਨਾ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਬਾਦਤ ਕਰਨ ਦੇ ਵਾਸਤੇ ਇਹਨਾਂ ਤੀਰਥਾਂ ਦਾ ਅਸੀਂ ਰਟਨ ਕਰਦੇ ਹਾਂ। ਤੀਰਥ ਨਾਮ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਤਿਗੁਰ ਤੀਰਥ ਜਾਣੀਐ 68 ਤੀਰਥ ਸ਼ਰਣੀ ਆਏ। ਇਸੇ ਤਰ੍ਹਾਂ ਤੱਟਾਂ ਮੇਘਾਂ ਖੇਤਾਂ, ਤੱਟਾਂ ਦਾ ਮਤਲਬ ਹੁੰਦਾ ਨਦੀਆਂ ਦੇ ਕਿਨਾਰੇ, ਨਦੀਆਂ ਦੇ ਕਿਨਾਰਿਆਂ ਦਾ। ਜਦੋਂ ਅਸੀਂ ਕਹਿੰਦੇ ਵੀ ਉਹਨਾਂ ਅਸਥਾਨਾਂ ਦੇ ਉੱਤੇ ਸਾਨੂੰ ਕੀ ਸੇਧ ਮਿਲ ਸਕਦੀ ਹੈ, ਸਾਨੂੰ ਪੋਜ਼ਿਟਿਵਿਟੀ ਕੀ ਮਿਲਦੀ ਹੈ।
ਤੱਟ ਜਿਹੜੇ ਨੇ, ਤੱਟ, ਨਦੀ ਦੇ ਤੱਟ, ਮਰਿਆਦਾ ਸ਼ਬਦ ਵੀ ਇੱਥੋਂ ਹੀ ਬਣਿਆ, ਮਰਿਆ ਸ਼ਬਦ ਤੋਂ ਬਣਿਆ। ਮਰਿਆ ਸ਼ਬਦ ਜਿਹੜਾ ਹੈ, ਇਹਨੂੰ ਦੋ ਤੱਟਾਂ ਨੂੰ ਕਹਿੰਦੇ ਨੇ ਕਿ ਜਿਸ ਦੋ ਹੱਦ ਬੰਨੇ ਦੇ ਵਿੱਚ ਪਾਣੀ ਚੱਲਦਾ ਹੈ, ਉਸ ਨੂੰ ਮਰਿਆ ਕਹਿੰਦੇ, ਉੱਥੋਂ ਹੀ ਮਰਿਆਦਾ ਸ਼ਬਦ ਬਣਿਆ। ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਤੋਂ ਸੇਧ ਲੈ ਸਕਦਾ ਸੀ, ਇਹਨਾਂ ਨਦੀ ਦੇ ਕਿਨਾਰਿਆਂ ਦੇ ਉੱਤੇ ਕੋਈ ਤੀਰਥ ਕ੍ਰੀਏਟ ਕਰ ਲਏ, ਜਿੱਦਾਂ ਕਿ ਅਸੀਂ ਵੇਖਦੇ ਹੀ ਹਾਂ ਕਿ ਬਹੁਤ ਸਾਰੀਆਂ ਨਦੀਆਂ ਦੇ ਤੱਟਾਂ ਦੇ ਉੱਤੇ ਬਹੁਤ ਸਾਰੇ ਤੀਰਥ ਕ੍ਰੀਏਟ ਕਰ ਲਏ ਗਏ, ਪਰ ਪਾਤਸ਼ਾਹ ਜੀ ਕਹਿੰਦੇ ਇੱਥੇ ਤੇ ਬੇਅੰਤ ਹੀ ਨਦੀਆਂ ਨੇ, ਬੇਅੰਤ ਹੀ ਜਿਹੜੇ ਨਦੀਆਂ ਇਸ ਸੰਸਾਰ ਦੇ ਅੰਦਰ ਮੌਜੂਦ ਨੇ। ਤੂੰ ਇਸ ਤੋਂ ਇੱਕ ਸੇਧ ਲੈਣੀ ਸੀ ਕਿ ਤੂੰ ਆਪਣੀ ਲਾਈਫ ਮਰਿਆਦਾ ਦੇ ਵਿੱਚ ਰੱਖਣਾ ਸੀਗਾ, ਤੂੰ ਆਪਣੀ ਲਾਈਫ ਨੂੰ ਉਸ ਰੂਪ ਦੇ ਅੰਦਰ ਬੈਲੈਂਸ ਰੱਖਣਾ ਸੀ ਕਿ ਤੇਰਾ ਜਿਹੜਾ ਵਹਾਅ ਹੈ ਪੂਰੇ ਇੱਕ ਹੱਦ ਬੰਨੇ ਦੇ ਵਿੱਚ ਰਵੇ, ਔਰ ਤੂੰ ਕਿਸੇ ਦਾ ਨੁਕਸਾਨ ਨਾ ਕਰੇ, ਕਿਉਂਕਿ ਜਦੋਂ ਤੱਟ ਟੁੱਟਦਾ ਹੈ, ਜਦੋਂ ਉਹ ਕਿਨਾਰਾ ਟੁੱਟਦਾ ਹੈ, ਉਦੋਂ ਸਮਾਜ ਦਾ ਨੁਕਸਾਨ ਹੁੰਦਾ ਹੈ। ਇਸ ਕਰਕੇ ਸਾਨੂੰ ਪਾਤਸ਼ਾਹ ਜੀ ਸਮਝਾ ਰਹੇ ਸੀ ਕਿ ਤੇਰੀ ਲਾਈਫ ਦੇ ਅੰਦਰ ਇੱਕ ਮਰਿਆਦਾ ਹੋਵੇ, ਤੇਰੀ ਲਾਈਫ ਦੇ ਵਿੱਚ ਇੱਕ ਡਿਸਿਪਲਿਨ ਹੋਵੇ, ਉਸ ਡਿਸਿਪਲਿਨ ਦੇ ਅੰਦਰ, ਉਸ ਜ਼ਾਬਤੇ ਵਿੱਚ ਰਹਿ ਕੇ ਆਪਣੇ ਜੀਵਨ ਦਾ ਨਿਰਵਾਹ ਕਰ ਸਕੇ, ਤਾਂ ਕਿ ਤੂੰ ਕਿਸੇ ਦਾ ਨੁਕਸਾਨ ਨਾ ਕਰੇ। ਤੇਰਾ ਜੀਵਨ ਐਸਾ ਹੋਵੇ ਕਿ ਤੂੰ ਆਪਣੇ ਜੀਵਨ ਦੇ ਅੰਦਰ ਕਿਸੇ ਦਾ ਭਲਾ ਕਰੇ। ਖੇਤਾਂ, ਮੇਘਾਂ ਖੇਤਾਂ, ਇੱਥੇ ਬੇਅੰਤ ਪ੍ਰਕਾਰ ਦੇ ਮੇਘ ਮੌਜੂਦ ਨੇ, ਜਦਕਿ ਬੱਦਲਾਂ ਨੂੰ ਵੀ ਇੱਥੇ ਰੱਬ ਕਰਕੇ ਪੂਜਿਆ ਗਿਆ। ਪਾਤਸ਼ਾਹ ਜੀ ਕਹਿੰਦੇ ਵੀ ਇੱਥੇ ਇੱਕ ਬੱਦਲ ਨਹੀਂ, ਇੱਥੇ ਬੇਅੰਤ ਮੇਘ ਮੌਜੂਦ ਨੇ, ਇੱਥੇ ਬੇਅੰਤ ਹੀ ਖੇਤ, ਇੱਥੇ ਬੇਅੰਤ ਹੀ ਧਰਤੀਆਂ, ਖੇਤ ਮੌਜੂਦ ਨੇ। ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਪੰਡਾਂ, ਪਾਤਸ਼ਾਹ ਜੀ ਕਹਿੰਦੇ ਨੇ, ਵਚਨ ਕਰਦੇ ਨੇ, ਇੱਥੇ ਬੇਅੰਤ ਪ੍ਰਕਾਰ ਦੇ ਦੀਪ ਮੌਜੂਦ ਨੇ। ਲੋਆਂ ਦਾ ਮਤਲਬ ਧਰਤੀਆਂ, ਅਸੰਖ ਅਗੰਮ ਅਗੰਮ ਅਸੰਖ ਲੋ, ਇੱਥੇ ਬੇਅੰਤ ਪ੍ਰਕਾਰ ਦੀਆਂ ਧਰਤੀਆਂ ਜਿਹੜੀਆਂ ਨੇ ਉਹ ਇਸ ਬ੍ਰਹਮੰਡ ਦੇ ਅੰਦਰ ਮੌਜੂਦ ਨੇ। ਪਾਤਸ਼ਾਹ ਜੀ ਕਹਿੰਦੇ ਨੇ ਤੂੰ ਧਰਤੀ ਦੀ ਬਾਤ ਕਰਦਾ ਹੈ, ਤੂੰ ਧਰਤੀ ਦੀ ਪੂਜਾ ਕਰਦਾ ਹੈ, ਪਰ ਇਸੇ ਹੀ ਬ੍ਰਹਮੰਡ ਦੇ ਅੰਦਰ ਬੇਅੰਤ ਧਰਤੀਆਂ ਮੌਜੂਦ ਨੇ। ਇਸ ਪਾਵਨ ਪੰਕਤੀ ਦੇ ਅੰਦਰ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਨੇ ਕਿ ਦੀਪਾ ਲੋਆ ਮੰਡਲਾ ਖੰਡਾ ਵਰ ਪੰਡਾ, ਇੱਥੇ ਬੇਅੰਤ ਖੰਡ ਨੇ ਔਰ ਬੇਅੰਤ ਹੀ ਵਰ ਪੰਡ ਨੇ। ਭਾਵ ਵਰ ਪੰਡ ਦਾ ਮਤਲਬ ਬ੍ਰਹਮੰਡ, ਇੱਕ ਬ੍ਰਹਮੰਡ ਨਹੀਂ, ਬਹੁਤ ਸਾਰੇ ਬ੍ਰਹਮੰਡ ਮੌਜੂਦ ਨੇ, ਬਹੁਤ ਸਾਰੇ ਮੰਡਲ ਮੌਜੂਦ ਨੇ, ਜਿਹਨੂੰ ਅਸੀਂ ਸੋਲਰ ਸਿਸਟਮ ਕਹਿੰਦੇ ਹਾਂ। ਇੱਕ ਸੋਲਰ ਸਿਸਟਮ ਨਹੀਂ, ਇੱਥੇ ਬੇਅੰਤ ਪ੍ਰਕਾਰ ਦੇ ਸੋਲਰ ਸਿਸਟਮਸ ਮੌਜੂਦ ਨੇ। ਇੱਥੇ ਕੁਦਰਤ ਦੀ ਵਿਸ਼ਾਲਤਾ ਦਾ ਜ਼ਿਕਰ ਸਤਿਗੁਰ ਪਾਤਸ਼ਾਹ ਜੀ ਕਰਦੇ ਨੇ। ਬੰਦਾ ਇੰਨਾ ਹੀਣਾ ਹੈ, ਬੜੀ ਥੋੜ੍ਹੀ ਜਿਹੀ ਦਾ ਇਹਦਾ ਜੀਵਨ ਹੈ, ਕਿੰਨਾ ਕੁ ਜੀਵਨ ਹੈ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤੇ ਲੱਗਦਾ ਵਿੱਚ ਤੇ ਹੁਣੇ ਕੱਲ ਦੀ ਬਾਤ ਹੈ, ਸਾਡਾ ਬਚਪਨ ਸੀ ਤੇ ਹੁਣ ਜਵਾਨੀ ਚਲੀ ਗਈ ਤੇ ਬਜ਼ੁਰਗੀ ਆ ਗਈ, ਜੀਵਨ ਬਿਲਕੁਲ ਅੰਤਲੇ ਪੜਾਅ ਤੇ ਆ ਕੇ ਖੜਾ ਹੋ ਗਿਆ। ਪਰ ਪਾਤਸ਼ਾਹ ਜੀ ਕਹਿੰਦੇ ਤੂੰ ਉਸ ਬੇਅੰਤ ਨਾਲ ਜੁੜੀ ਨਹੀਂ ਪਾਇਆ ਕਿ ਕਿੰਨਾ ਬੇਅੰਤ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਸਾਰਾ ਸੀਗਾ, ਕਿੰਨੇ ਬੇਅੰਤ ਮੰਡਲ ਇਸ ਧਰਤੀ ਦੇ ਉੱਤੇ, ਇਸ ਬ੍ਰਹਮੰਡ ਦੇ ਅੰਦਰ ਮੌਜੂਦ ਸੀਗਾ, ਕਿੰਨੀ ਵਿਸ਼ਾਲਤਾ ਉਹਦੀ ਕੁਦਰਤ ਦੇ ਅੰਦਰ ਸੀਗਾ, ਕਦੇ ਉਸ ਨੂੰ ਜਾਣਨ ਦਾ ਯਤਨ ਨਹੀਂ ਕੀਤਾ। ਲਾਈਟ ਸਪੀਡ ਦੀ ਅਸੀਂ ਬਾਤ ਕਰਦੇ ਹਾਂ, ਇੱਕ ਮੰਡਲ ਦੇ ਵਿੱਚੋਂ ਅਸੀਂ ਕਹਿੰਦੇ ਨਾ ਵੀ ਸਾਡੇ ਸੌਰ ਮੰਡਲ ਦੇ ਵਿੱਚ, ਸਾਡੇ ਸੋਲਰ ਸਿਸਟਮ ਦੇ ਵਿੱਚ ਸੂਰਜ ਦੀ ਰੋਸ਼ਨੀ ਸਾਡੇ ਤੱਕ ਪਹੁੰਚਦੀ ਹੈ 8.5 ਮਿੰਟ ਲੱਗਦੇ ਨੇ ਲਗਭਗ, ਲੇਕਿਨ ਸੂਰਜ ਦੇ ਲਾਗੇ ਇੱਕ ਸਭ ਤੋਂ ਨੇੜਲਾ ਜਿਹੜਾ ਤਾਰਾ ਹੈ ਨਾ, ਉਹਦੀ ਰੋਸ਼ਨੀ ਸਾਡੇ ਤੱਕ ਪਹੁੰਚਦਿਆਂ ਲਗਭਗ 4.5 ਸਾਲ ਲੱਗ ਜਾਂਦੇ ਨੇ। 4.5 ਸਾਲ ਕਿੰਨਾ ਵਿਸ਼ਾਲ ਹੈ ਇਹ ਜਿਹੜਾ ਸਾਡਾ ਬ੍ਰਹਮੰਡ ਹੈ, ਕਿ ਅਸੀਂ ਲਾਈਟ ਸਪੀਡ ਨੂੰ ਮੰਨਦੇ ਹਾਂ ਕਿ ਲਾਈਟ ਸਪੀਡ ਕਿਸ ਨੂੰ ਕਿਹਾ ਜਾਂਦਾ ਹੈ, 3 ਲੱਖ ਕਿਲੋਮੀਟਰ ਪਰ ਸੈਕਿੰਡ ਲਾਈਟ ਦੀ ਸਪੀਡ ਮੰਨੀ ਜਾਂਦੀ ਹੈ, ਔਰ ਇੱਕ ਸਾਲ ਦੇ ਵਿੱਚ ਲਗਭਗ 95 ਖਰਬ ਕਿਲੋਮੀਟਰ ਲਾਈਟ ਸਪੀਡ ਜਿਹੜੀ ਹੈ ਉਹ ਇੰਨਾ ਜਿਹੜਾ ਪੈਂਡਾ ਹੈ ਉਹ ਤੈਅ ਕਰ ਸਕਦੀ ਹੈ। ਕਹਿੰਦੇ ਨੇ ਲੱਖਾਂ ਕਰੋੜਾਂ ਬਿਲੀਅਨ ਟ੍ਰਿਲੀਅਨ, ਵਿਗਿਆਨੀ ਕਹਿੰਦੇ ਨੇ ਇਹਦਾ ਕੋਈ ਅੰਤ ਨਹੀਂ ਕਰ ਸਕਦੇ ਕਿ ਜੇ ਇੰਨੇ ਸਾਲ ਵੀ ਲਗਾਤਾਰ ਲਾਈਟ ਸਪੀਡ ਚੱਲਦੀ ਰਹੇ ਤੇ ਕਿਤੇ ਉਸ ਬ੍ਰਹਮੰਡਾਂ ਦਾ ਪਾਰਲਾ ਬੰਨਾ ਸਾਨੂੰ ਲੱਭ ਜਾਵੇ, ਕਹਿੰਦੇ ਐਸਾ ਨਹੀਂ ਹੋ ਸਕਦਾ, ਅਸੀਂ ਉਸ ਬ੍ਰਹਮੰਡ ਦਾ ਪਾਰ ਨਹੀਂ ਪਾ ਸਕਦੇ। ਅੱਜ ਅਸੀਂ ਇੱਕ ਦੂਜੇ ਨੂੰ ਜੱਜ ਕਰਦੇ ਹਾਂ। ਅਸਲ 'ਚ ਬੰਦਾ ਇੰਨਾ ਹੋਛਾ ਹੈ ਕਿ ਬੰਦਾ ਤੇ ਆਪਣੇ ਆਪ ਨੂੰ ਨਹੀਂ ਜਾਣਦਾ। ਉਹਨਾਂ ਬ੍ਰਹਮੰਡਾਂ ਦੀ ਬਾਤ ਜਿਹੜੀ ਗੁਰੂ ਨਾਨਕ ਮਹਾਰਾਜ ਜੀ ਉਸ ਸਮੇਂ ਦੇ ਅੰਦਰ ਕਰ ਰਹੇ ਨੇ, ਇਹਨਾਂ ਮੰਡਲਾਂ ਦੀ ਬਾਤ, ਉਹਨਾਂ ਨੂੰ ਜਾਣਨ ਦਾ ਇਹਦੇ ਕੋਲ ਕਦੋਂ ਸਮਾਂ ਹੋਵੇਗਾ। ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ। ਦੇਖੋ ਬਾਣੀ ਦੇ ਵਿੱਚ ਨਾ ਕੁਝ ਹਵਾਲੇ ਵੀ ਮਿਲਦੇ ਨੇ। ਇੱਕ ਪੁਸਤਕ ਆਉਂਦੀ ਹੈ ਗ੍ਰੈਂਡ ਡਿਜ਼ਾਈਨ, ਸਟੀਫਨ ਹਾਕਿੰਸ ਦੀ।
ਇਹਦੇ ਵਿੱਚ ਨਾ ਥੋੜਾ ਜਿਹਾ ਜ਼ਿਕਰ ਕਰਦਾ ਹੈ। ਇਹ ਜ਼ਿਕਰ ਕਰਦਾ ਹੈ, ਕਹਿੰਦਾ ਹੈ ਕਿ ਜਦੋਂ ਮੈਂ ਉਸ ਪਸਾਰੇ ਨੂੰ ਵੇਖਦਾ ਹਾਂ, ਬ੍ਰਹਮੰਡ ਕਿੱਦਾਂ ਪਨਪਦੇ ਨੇ। ਅਸੀਂ ਤੇ ਕੇਵਲ ਇੱਕ ਧਰਤੀ, ਇੱਕ ਸੋਲਰ ਸਿਸਟਮ ਨੂੰ ਜਾਣਦੇ ਹਾਂ, ਇੱਕ ਗੈਲੈਕਸੀ ਮਿਲਕੀ ਵੇ ਨੂੰ ਜਾਣਦੇ ਹਾਂ, ਬੇਅੰਤ ਗੈਲੈਕਸੀਜ਼ ਮੌਜੂਦ ਨੇ। ਪਰ ਕਹਿੰਦਾ ਉਹ ਬੇਅੰਤ ਬ੍ਰਹਮੰਡ ਵੀ ਮੌਜੂਦ ਨੇ ਜਿਹੜੇ ਪਨਪ ਰਹੇ ਨੇ ਤੇ ਖਤਮ ਹੋ ਰਹੇ ਨੇ, ਜਿਨ੍ਹਾਂ ਦੀ ਗਿਣਤੀ ਮਿਣਤੀ ਵੀ ਕੀਤੀ ਨਹੀਂ ਜਾ ਸਕਦੀ। ਉਹ ਕਹਿੰਦਾ ਇਸ ਢੰਗ ਦੇ ਨਾਲ ਤੁਸੀਂ ਵੇਖੋ, ਜਦੋਂ ਮੀਂਹ ਪੈਂਦਾ ਹੈ ਨਾ, ਬੁਲਬੁਲਾ ਪੈਦਾ ਹੁੰਦਾ ਹੈ ਔਰ ਖਤਮ ਹੋ ਜਾਂਦਾ ਹੈ। ਮੀਂਹ ਪੈਂਦਾ ਹੈ, ਇੱਕ ਬੁਲਬੁਲਾ ਥੋੜੀ ਹੁੰਦਾ ਹੈ, ਕਿੰਨੇ ਹੀ ਬੁਲਬੁਲੇ ਜਿਹੜੇ ਪੈਦਾ ਹੋ ਰਹੇ ਨੇ ਔਰ ਖਤਮ ਹੋ ਰਹੇ ਨੇ। ਕੁਝ ਛੋਟੇ ਖਤਮ ਹੋ ਜਾਂਦੇ ਨੇ, ਕੁਝ ਆਪਣਾ ਪੂਰਨ ਰੂਪ ਲੈ ਕੇ ਖਤਮ ਹੋ ਜਾਂਦੇ ਨੇ। ਉਹ ਕਹਿੰਦਾ ਬਸ ਯੂਨੀਵਰਸ ਔਰ ਬ੍ਰਹਮੰਡ ਜਿਹੜੇ ਨੇ, ਬਹੁਤ ਸਾਰੇ ਜਿਹੜੇ ਬ੍ਰਹਮੰਡ ਇਸੇ ਢੰਗ ਦੇ ਨਾਲ ਪਨਪੇ ਔਰ ਖਤਮ ਹੋ ਗਏ। ਕੁਝ ਪੂਰਨ ਰੂਪ ਦੇ ਅੰਦਰ ਆ ਜਾਂਦੇ ਨੇ, ਕੁਝ ਖਤਮ ਹੋ ਜਾਂਦੇ ਨੇ। ਕਹਿੰਦੇ ਨੇ ਕਿ ਬੁਲਬੁਲੇ ਦੀ ਨਿਆਈ ਹੈ। ਹੁਣ ਤੁਸੀਂ ਪੜੋ ਗੁਰਬਾਣੀ, ਤੇ ਤੁਸੀਂ ਗੁਰਬਾਣੀ ਪੜ੍ਹਦੇ ਹਾਂ, ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਪਾਤਸ਼ਾਹ ਜੀ ਨੇ ਸਾਨੂੰ ਹਵਾਲੇ ਦਿੱਤੇ ਨੇ ਕਿ ਇਸ ਢੰਗ ਦੇ ਨਾਲ ਇਹ ਇਨਫਲੇਸ਼ਨ ਜਿਹੜੀ ਥਿਊਰੀ ਹੈ ਜਾਂ ਕੁਆਂਟਮ ਜਿਹੜੀ ਫਿਜ਼ਿਕਸ ਦੀ ਅੱਜ ਬਾਤ ਹੋ ਰਹੀ ਹੈ, ਇਹ ਗੱਲ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਕਰਤੇ ਦੀ ਕੁਦਰਤ ਦਾ ਪਾਰਲਾ ਬੰਦਾ ਨਹੀਂ ਪਾਇਆ ਜਾ ਸਕਦਾ, ਨਹੀਂ ਜਾਣਿਆ ਜਾ ਸਕਦਾ ਕਿਵੇਂ ਰਚੀ ਕਿਵੇਂ ਨਹੀਂ। ਪਰ ਤੂੰ ਉਸ ਪਸਾਰੇ ਨੂੰ ਵੇਖ ਕੇ ਆਤਮ ਵਿਸਮਾਦਿਤ ਤੇ ਹੋ, ਉਸ ਪਸਾਰੇ ਨੂੰ ਵੇਖ ਕੇ ਤੇਰੇ ਅੰਦਰ ਵਾਹ, ਉਹ ਅਕਾਲ ਪੁਰਖ ਵਾਹਿਗੁਰੂ ਜੀ ਕੁਦਰਤ ਨੂੰ ਵੇਖ ਕੇ ਤੇਰੇ ਅੰਦਰ ਸਿਜਦਾ ਤੇ ਆਵੇ, ਤੂੰ ਸ਼ੀਸ਼ ਤੇ ਝੁਕਾਵੇਂ ਔਰ ਤੈਨੂੰ ਉਸ ਵਿਸ਼ਾਲਤਾ ਦੇ ਵਿੱਚੋਂ ਆਪਣੀ ਤੁਛਤਾ ਦਾ ਅਹਿਸਾਸ ਹੋਏਗਾ, ਆਪਣੇ ਛੋਟੇਪਣ ਦਾ ਅਹਿਸਾਸ ਹੋਏਗਾ। ਔਰ ਕਿਤੇ ਨਾ ਕਿਤੇ ਤੂੰ ਉਸ ਹਉਮੈ, ਉਸ ਹੰਕਾਰ ਵਿੱਚੋਂ ਨਿਕਲ ਕੇ ਇਸ ਨੇਚਰ ਦੇ ਨਾਲ ਜੁੜ ਪਾਏਗਾ। ਗੁਰੂ ਪਾਤਸ਼ਾਹ ਜੀ ਸਾਨੂੰ ਇੱਥੇ ਲੈ ਕੇ ਜਾਣਾ ਚਾਹ ਰਹੇ। ਗੈਲੈਕਸੀਜ਼ ਦੀ ਬਾਤ ਜੇ ਅਸੀਂ ਕਰੀਏ, ਸਕੂਬਾ 1997 ਦੇ ਵਿੱਚ ਉਸਨੇ ਗੈਲੈਕਸੀਆਂ ਲੱਭੀਆਂ 6, ਉਸ ਤੋਂ ਪਹਿਲਾਂ ਹਬਲ ਨੇ ਲੱਭੀਆਂ ਸੀ। ਉਹ ਕਹਿੰਦੇ ਵੀ ਗੈਲੈਕਸੀਆਂ ਦਾ ਰੂਪ ਅਲੱਗ ਹੈ, ਰੇਖ ਅਲੱਗ ਹੈ, ਆਕਾਰ ਅਲੱਗ ਹੈ, ਰੰਗ ਅਲੱਗ ਨੇ, ਬੇਅੰਤ ਪ੍ਰਕਾਰ ਦੀਆਂ ਗੈਲੈਕਸੀਆਂ ਹੋਰ ਲੱਭੀਆਂ ਗਈਆਂ। ਲੇਕਿਨ ਕਹਿੰਦੇ ਨੇ ਕਿ ਇਹ 6-7 ਹੀ ਨਹੀਂ, ਇੱਥੇ ਤੇ ਬਿਲੀਅਨ ਟ੍ਰਿਲੀਅਨ ਗੈਲੈਕਸੀਜ਼ ਹੋਰ ਨੇ ਜਿੱਥੇ ਉਸ ਅਕਾਲ ਵਾਹਿਗੁਰੂ ਜੀ ਦਾ ਜੀਵਨ ਹੋਂਦ ਵਿੱਚ ਹੋ ਸਕਦਾ ਹੈ। ਸਾਨੂੰ ਸਮਝਾਇਆ ਪਾਤਸ਼ਾਹ ਜੀ ਨੇ, ਉਸ ਵਿਸ਼ਾਲਤਾ ਨੂੰ ਵੇਖ ਕੇ ਉਹਦੀ ਕ੍ਰਿਤ ਦੇ ਨਾਲ ਨਾ ਜੁੜ ਜਾਈ, ਉਸ ਵਿਸ਼ਾਲਤਾ ਨੂੰ ਵੇਖ ਕੇ ਵਿਸਮਾਦਿਤ ਹੋਵੀਂ ਕਿ ਉਹ ਚਿੱਤਰ ਐਡਾ ਵੱਡਾ ਹੈ, ਜਿਹਦਾ ਚਿੱਤਰ ਇੰਨਾ ਵੱਡਾ ਹੈ, ਚਿੱਤਰਕਾਰ ਏਡਾ ਵੱਡਾ ਹੋਵੇਗਾ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ, ਚਿੱਤਰ ਵਿਚਿੱਤਰ ਇਹ ਅਵਚੇਰਾ, ਤਜ ਚਿੱਤਰੈ ਚਿਤਰਾਖ ਚਿਤੇਰਾ। ਉਸ ਚਿੱਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲਾ ਕਿ ਜਿਸ ਨੇ ਇਸ ਸਮੁੱਚੀ ਕਾਇਨਾਤ ਨੂੰ ਹੋਂਦ ਵਿੱਚ ਲਿਆਉਂਦਾ ਹੈ। ਇੰਨਾ ਵੱਡਾ ਅਕਾਲ ਪੁਰਖ ਵਾਹਿਗੁਰੂ ਮੌਜੂਦ ਹੈ। ਇਸ ਤੋਂ ਬਾਅਦ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਅੰਡਜ ਜੇਰਜ ਸੇ ਉਤਪੁਝਾ ਖਾਣੀ ਸਿੱਧ। ਇੱਥੇ ਬੇਅੰਤ ਪ੍ਰਕਾਰ ਦੇ ਜੀਵ ਮੌਜੂਦ ਨੇ ਜਿਹੜੇ ਅੰਡਿਆਂ ਤੋਂ ਨਿਕਲਦੇ ਨੇ, ਜਿਹੜੇ ਜੇਰ ਤੋਂ ਪੈਦਾ ਹੁੰਦੇ ਨੇ, ਪਸ਼ੂ ਮਨੁੱਖ ਆਦਿ ਤੋਂ, ਜਿਹੜੇ ਉਤਪੁਜ ਤੋਂ ਪੈਦਾ ਹੁੰਦੇ ਨੇ, ਭਾਵ ਜਿੱਦਾਂ ਕਿ ਧਰਤੀ ਦੇ ਵਿੱਚੋਂ ਬਨਸਪਤੀ ਪੈਦਾ ਹੁੰਦੀ ਹੈ, ਔਰ ਜਿਹੜੇ ਸੇਤਸ ਤੋਂ ਪੈਦਾ ਹੁੰਦੇ ਨੇ, ਭਾਵ ਜਿਹੜੇ ਪਸੀਨੇ ਤੋਂ ਪੈਦਾ ਹੁੰਦੇ ਨੇ। ਪਰ ਪਾਤਸ਼ਾਹ ਜੀ ਨਾਲ ਹੀ ਇਹ ਸਮਝਾ ਦਿੰਦੇ ਨੇ ਕਿ ਕੇਵਲ ਇਹ 4 ਖਾਣੀਆਂ ਹੀ ਨਹੀਂ, ਕੇਤੀਆਂ ਖਾਣੀ, ਕੇਤੀਆਂ ਬਾਣੀਆਂ ਤੇ ਬੇਅੰਤ ਖਾਣੀਆਂ ਮੌਜੂਦ ਨੇ। ਪਿੱਛੇ ਜੇ ਕੋਈ ਰੁੱਖ ਮਿਲਿਆ ਨਾ, ਤੇ ਵਿਗਿਆਨੀ ਉਹਨੂੰ ਕਹਿੰਦੇ ਕਿ ਇਹ ਕੋਈ ਜੀਵ ਹੈ, ਨਾ ਤੂੰ ਜੀਵਾਂ ਦੀ ਸ਼੍ਰੇਣੀ ਵਿੱਚ ਆ ਰਿਹਾ ਸੀ ਤੇ ਨਾ ਉਹ ਰੁੱਖ ਦੀ ਸ਼੍ਰੇਣੀ ਵਿੱਚ ਆ ਰਿਹਾ ਸੀ। ਉਹ ਕਹਿੰਦੇ ਵੀ ਇਹਨੂੰ ਕਿਹੜੀ ਸ਼੍ਰੇਣੀ ਵਿੱਚ ਰੱਖੋਗੇ? ਹੁਣ ਇਹ ਉਹਨਾਂ 4 ਸ਼੍ਰੇਣੀਆਂ ਦੇ ਵਿੱਚ ਨਹੀਂ। ਇੱਥੋਂ ਪਤਾ ਲੱਗਦਾ ਹੈ ਕਿ ਪਾਤਸ਼ਾਹ ਜੀ ਕੇਤੀਆਂ ਖਾਣੀ, ਕੇਤੀਆਂ ਬਾਣੀ ਦੀ ਬਾਤ ਕਰਦੇ ਨੇ। ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ, ਇਹਦੀ ਮਿਤ ਉਹ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਨਾਨਕ ਮਹਾਰਾਜ ਜੀ ਬਚਨ ਕਰਦੇ ਨੇ, ਜਿਹੜੇ ਸਰਾ ਮੇਰਾ ਜਨਤਾ, ਸਰੋਵਰਾਂ ਦੀ, ਮੇਰਾ ਦਾ ਮਤਲਬ ਪਰਬਤ, ਜਨਤਾ ਦਾ ਮਤਲਬ ਜੀਵ ਜੰਤ। ਇਸ ਧਰਤੀ ਤੇ ਇੰਨੇ ਜੀਵ ਜੰਤ ਮੌਜੂਦ ਨੇ ਜਿਸ ਜੀਵ ਜੰਤਾਂ ਦੀ ਗਿਣਤੀ ਮਿਣਤੀ ਦਾ ਅੰਦਾਜ਼ਾ ਵੀ ਲਾਇਆ ਨਹੀਂ ਜਾ ਸਕਦਾ। ਜਿਸ ਨੂੰ ਸਮਝਣਾ ਹੋਵੇ ਨਾ, ਹੁਣ ਜਿਵੇਂ ਮੀਂਹ ਪੈਂਦਾ, ਪੁਰਾਤਨ ਸਮਿਆਂ ਦੇ ਵਿੱਚ ਬੋਰੀ ਪਈ ਹੁੰਦੀ ਸੀ ਘਰਾਂ ਦੇ ਬਾਹਰ, ਮੀਂਹ ਪੈ ਜਾਂਦਾ ਸੀ, 1 ਦਿਨ 2 ਦਿਨ ਬਾਅਦ ਤੇ ਬੋਰੀ ਨੂੰ ਚੁੱਕਿਆ ਜਾਂਦਾ ਸੀ, ਥੱਲੇ ਜਿਹੜੇ ਨੇ ਕ੍ਰਿਮ, ਥੱਲੇ ਕੀੜੇ ਮਿਲਦੇ ਸੀ। ਕੌਣ ਪੈਦਾ ਕਰ ਗਿਆ? ਬੇਅੰਤ ਪ੍ਰਕਾਰ ਦੇ ਜੀਵ ਜੰਤ ਇਸ ਧਰਤੀ ਦੇ ਵਿੱਚ ਹੀ ਮੌਜੂਦ। ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਉਸ ਕਰਤੇ ਦੀ ਕਰਤੇ ਕੁਦਰਤੀ ਮੁਸ਼ਤਾਕ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੇ ਬਲਿਹਾਰ ਜਾ, ਖਾਕ ਨੂਰ ਕਰਦੰ ਆਲਮ ਦੁਨਿਆਏ, ਜਿਸਨੇ ਖਾਕ ਵਿੱਚੋਂ, ਮਿੱਟੀ ਵਿੱਚੋਂ ਜੀ ਜੰਤ ਪੈਦਾ ਕਰਕੇ ਉਹਨਾਂ ਦੇ ਵਿੱਚੋਂ ਜੀ ਜਾਨ ਪਾ ਦਿੱਤੀ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਜੇ ਇੰਨੇ ਜੀ ਜੰਤ ਨੇ, ਨਾਨਕ ਜੰਤ ਉਪਾਏ ਕਹਿ ਸੰਭਾਲੇ ਸਭਨਾ,
जिन करतै करना किया चिंता भे करनी तां। कहते ने इन्ने जी जंत उपाय पैदा कर दिते, हुण ओहदी संभाल कौन करे, ਉਹਨਾਂ ਦੀ ਪ੍ਰਤਪਾਲਨਾ ਕੌਣ ਕਰੇ। ਹੁਣ ਪਾਤਸ਼ਾਹ ਜੀ ਇੱਥੇ ਸਾਨੂੰ ਸਮਝਾ ਰਹੇ ਨੇ ਕਿ ਉਹ ਜੀ ਜਨਤਾ ਨੂੰ ਸੰਭਾਲਣ ਦੇ ਵਾਸਤੇ ਵਾਹਿਗੁਰੂ ਜੀ ਨੇ ਆਪ ਸਿਸਟਮ ਬਣਾਇਆ ਹੈ। ਕੁਦਰਤ ਨੇ ਆਪ ਉਹਨਾਂ ਦਾ ਆਹਾਰ ਪੈਦਾ ਕੀਤਾ ਹੈ। ਜੀਆਂ ਦਾ ਆਹਾਰ ਜੀ ਖਾਣਾ ਇਹ ਕਰੇ, ਵਿੱਚ ਉਪਾਏ ਸਾਇਰਾ ਤਿਨਾ ਵੀ ਰੋਜੀ ਦੇ। ਅਸੀਂ ਆਪਣੀ ਰੋਜੀ ਦੀ ਚਿੰਤਾ ਸਾਨੂੰ ਬਹੁਤ ਜ਼ਿਆਦਾ ਹੋ ਜਾਂਦੀ ਹੈ। ਮਨੁੱਖ ਹੈ ਨਾ ਜਿਹੜਾ ਸਭ ਤੋਂ ਵੱਧ ਚਿੰਤਾਵਾਂ ਕਰਦਾ ਹੈ, ਸਭ ਤੋਂ ਵੱਧ ਚਿੰਤਾਤੁਰ ਮਨੁੱਖ ਰਹਿੰਦਾ ਹੈ। ਹੁਣ ਉਹ ਜਿਹੜਾ ਮਨੁੱਖ ਹੈ ਉਹ ਆਪਣੀ ਰੋਜੀ ਕਰਕੇ ਚਿੰਤਾਤੁਰ ਰਹਿੰਦਾ ਹੈ, ਪਰ ਤੁਸੀਂ ਝਾਤ ਮਾਰੋ ਕਦੇ ਜਿਹੜਾ ਜੀ ਜੰਤ ਹੈ ਇਹਨਾਂ ਨੂੰ ਰੋਜੀ ਪਹੁੰਚਾਉਣ ਵਾਸਤੇ ਵਾਹਿਗੁਰੂ ਨੇ, ਕੁਦਰਤ ਨੇ ਕਿਸ ਰੂਪ ਦੇ ਅੰਦਰ ਉਹਨਾਂ ਦੀ ਰੋਜੀ ਪੈਦਾ ਕਰ ਦਿੱਤੀ ਕਿ ਸੈਂਕੜੇ ਧਰਤੀ ਦੇ ਸੈਂਕੜੇ ਕਿਲੋਮੀਟਰ ਥੱਲੇ ਸਟ੍ਰੈਟੀਫਾਈਡ ਨਾਮ ਦਾ ਇੱਕ ਪੱਥਰ ਮਿਲਦਾ ਹੈ, ਜਿਹਦੇ ਵਿੱਚ ਜੀ ਇੱਕ ਬੈਕਟੀਰੀਆ ਮਿਲਦਾ ਹੈ। ਉਸ ਬੈਕਟੀਰੀਆ ਦੇ ਵਾਸਤੇ ਸੈਂਕੜੇ ਕਿਲੋਮੀਟਰ ਧਰਤੀ ਦੇ ਥੱਲੇ ਉਹਦੇ ਵਾਸਤੇ ਇੱਕ ਤਰਲ ਮੌਜੂਦ ਹੈ। ਉੱਥੇ ਉਹ ਤਰਲ ਨੂੰ ਲੈ ਕੇ ਆਹਾਰ ਕਰਕੇ ਉਹਦਾ ਜਿਹੜਾ ਰਿਜ਼ਕ ਹੈ ਉਹ ਚੱਲਦਾ ਹੈ। ਮੰਨਿਆ ਜਾਂਦਾ ਸੀ ਵੀ ਜਿਹੜੇ ਸਮੁੰਦਰ ਦੇ ਵਿੱਚ ਜੀ ਨੇ ਇੱਕ ਦੂਜੇ ਨੂੰ ਖਾ ਲੈਂਦੇ ਨੇ। ਸਮੁੰਦਰ ਦੇ ਤਲ ਦੇ ਥੱਲੇ ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਜਾਂਦੀ ਉੱਥੇ ਖੁਰਾਕ ਦਾ ਅਰੇਂਜ ਕਿਵੇਂ ਹੁੰਦਾ ਹੋਵੇਗਾ। ਕਹਿੰਦੇ ਜਦੋਂ ਵੇਲ ਮੱਛੀ ਜਿਹੜੀ ਵੱਡੀ ਮੱਛੀ ਮਰਦੀ ਹੈ, ਇਸ ਨੂੰ ਬਾਕੀ ਦੇ ਜਿਹੜੇ ਜੀ ਜੰਤ ਖਾ ਜਾਂਦੇ ਨੇ। ਜਦੋਂ ਧਰਤੀ ਦੇ ਉਸ ਸਮੁੰਦਰ ਦੇ ਤਲ ਤੱਕ ਪਹੁੰਚਦੀ ਹੈ ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਜਾਂਦੀ, ਉੱਥੇ ਤੱਕ ਪਹੁੰਚਦੀ ਹੈ ਨਾ ਜਦੋਂ, ਤੇ ਉੱਥੇ ਉਹਨਾਂ ਜੀਆਂ ਦਾ ਖੁਰਾਕ ਦਾ ਉਹ ਆਹਾਰ ਬਣਦੀ ਹੈ। ਜੀਆਂ ਦਾ ਆਹਾਰ ਜੀ ਵਿੱਚ ਉਪਾਏ ਸਾਇਰਾ ਬਿਨਾਂ ਪਿਰੋਜ਼ੀ ਦੇ। ਏਦਾਂ ਸਮਝ ਲਓ ਕਿ ਜਿਹੜੇ ਧਰਤੀ ਤੇ ਉਸ ਸਮੁੰਦਰ ਦੇ ਤਲ ਦੇ ਉੱਤੇ ਜਿੱਥੇ ਰੋਸ਼ਨੀ ਵੀ ਨਹੀਂ ਜਾ ਰਹੀ, ਜਿੱਥੇ ਜੀ ਅੰਨੇ ਨੇ, ਉਹਨਾਂ ਦੇ ਉੱਤੇ ਰਿਜ਼ਕ ਦੀ ਇੱਕ ਬਾਰਿਸ਼ ਹੁੰਦੀ ਹੈ। ਉਹਨਾਂ ਦੇ ਉੱਤੇ ਸਾਰੇ ਸਮੁੰਦਰ ਦਾ ਰਿਜ਼ਕ ਜਿਹੜਾ ਹੈ ਉਹ ਉਸ ਤਲ ਦੇ ਉੱਤੇ ਜਾ ਕੇ ਉਹਨਾਂ ਉੱਤੇ ਰਿਜ਼ਕ ਦਾ ਮੀਂਹ ਪਾ ਰਿਹਾ ਹੈ। ਬੰਦੇ ਨਾਲ ਵੀ ਇਹ ਸੀ, ਪਰ ਬੰਦੇ ਨੇ ਕੀ ਕੀਤਾ, ਬੰਦਾ ਇੱਕ ਨਾ ਸ਼ਾਹੂਕਾਰ ਸੀ ਤੇ ਉਸਨੇ ਆਪਣਾ ਲੇਖਾ ਜੋਖਾ ਕਰਾਇਆ। ਉਹ ਕਹਿੰਦਾ ਵੀ ਮੇਰਾ ਲੇਖਾ ਜੋਖਾ ਕਰੋ ਸਾਰਾ ਦਾ ਸਾਰਾ, ਮੇਰੇ ਕੋਲ ਕਿੰਨੀ ਪ੍ਰਾਪਰਟੀ ਹੈ, ਕਿੰਨੀ ਜਾਇਦਾਦ ਹੈ। ਤੇ ਜਦੋਂ ਉਹਦਾ ਲੇਖਾ ਜੋਖਾ ਕੀਤਾ ਗਿਆ ਉਹਦੀ ਪ੍ਰਾਪਰਟੀ ਦਾ, ਤੇ ਇਹ ਕਹਿੰਦਾ ਵੀ ਮੇਰੇ ਕੋਲ ਨਾ 11 ਪੁਸ਼ਤਾਂ ਜਿਹੜੀਆਂ ਨੇ ਉਹ ਬਹਿ ਕੇ ਖਾ ਸਕਦੀਆਂ ਨੇ। ਉਹਦੇ ਮੁਨਸ਼ੀ ਨੇ ਦੱਸਿਆ ਵੀ ਤੇਰੀ 11 ਪੁਸ਼ਤਾਂ ਬਹਿ ਕੇ ਖਾ ਸਕਦੀਆਂ ਨੇ। ਮੱਥੇ ਤੇ ਹੱਥ ਮਾਰਿਆ ਤੇ ਚਿੰਤਾਤੁਰ ਹੋ ਗਿਆ। ਕਹਿੰਦਾ ਵੀ ਮੇਰੀ 12ਵੀਂ ਪੁਸ਼ਤ ਜਿਹੜੀ ਹੈ ਉਹ ਕੀ ਕਰੇਗੀ। ਹੁਣ ਚਿੰਤਾ ਉਹਦੀ ਹੋ ਗਈ। ਇਹ ਬੰਦੇ ਦੀ ਫਿਤਰਤ ਹੈ ਕਿ ਚਿੰਤਾ ਇਹ ਬੇਲੋੜੀ ਕਰਦਾ ਹੈ। ਹੁਣ 12ਵੀਂ ਪੁਸ਼ਤ ਦੀ ਚਿੰਤਾ ਹੋ ਗਈ, ਜਦ ਕਿ ਇਸੇ ਧਰਤੀ ਤੇ ਅਸੀਂ ਐਸੇ ਬਹੁਤ ਸਾਰੇ ਮਜ਼ਦੂਰ ਦੇਖ ਲੈਂਦੇ ਆ ਜਿਹੜੇ ਕਿ ਦਿਹਾੜੀ ਕਰਕੇ ਲਿਆਉਂਦੇ ਨੇ, ਕੇਵਲ ਰਾਤ ਦੀ ਰੋਟੀ ਦਾ ਇੰਤਜ਼ਾਮ ਹੈ, ਲੇਕਿਨ ਆਪਣੇ ਪਰਿਵਾਰ ਵਿੱਚ ਬਹਿ ਕੇ, ਟੱਬਰ ਵਿੱਚ ਬਹਿ ਕੇ ਬੜੇ ਪਿਆਰ ਨਾਲ ਉਹ ਪ੍ਰਸ਼ਾਦਾ ਛਕਦੇ ਨੇ ਤੇ ਬੜੇ ਆਨੰਦ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਨੇ। ਇਸੇ ਧਰਤੀ ਦੇ ਉੱਤੇ ਅਸੀਂ ਆਪਣੀ ਇੱਕ ਐਸੀ ਸੋਚ ਪੈਦਾ ਕਰ ਲਈ ਜਿਹਦੇ ਕਰਕੇ ਅਸੀਂ ਅੱਜ ਰਿਜ਼ਕ ਦੀ ਚਿੰਤਾ ਕਰ ਰਹੇ ਹਾਂ। ਹੁਣ ਸਵਾਲ ਪੈਦਾ ਹੋਏਗਾ ਵੀ ਬਹੁਤ ਸਾਰੇ ਦੇਸ਼, ਇਹਨਾਂ ਦੇ ਕੋਲ ਖਾਣ ਵਾਸਤੇ ਬਹੁਤ ਸਾਰੇ ਪਦਾਰਥ, ਇਹਦੇ ਵਿੱਚ ਰੱਬ ਦਾ ਦੋਸ਼ ਨਹੀਂ ਕਿ ਜੇ ਅਫਰੀਕਾ ਦੇ ਅੰਦਰ ਬਹੁਤ ਸਾਰੇ ਦੇਸ਼ ਗਰੀਬ ਨੇ, ਉੱਥੋਂ ਦੇ ਬੱਚੇ ਮਰਾਸਮਸ ਪੈਦਾ ਹੁੰਦੇ ਨੇ, ਜਿਹੜੇ ਉੱਥੋਂ ਦੇ ਬੱਚੇ ਕੁਪੋਸ਼ਿਤ ਪੈਦਾ ਹੁੰਦੇ ਨੇ ਔਰ ਉਹਨਾਂ ਬੱਚਿਆਂ ਨੂੰ ਆਹਾਰ ਨਹੀਂ ਮਿਲਦਾ, ਇੱਥੇ ਬੰਦੇ ਦਾ ਕਸੂਰ ਹੈ ਕਿ ਇਸਨੇ ਕਾਣੀ ਵੰਡ ਕੀਤੀ, ਇਸਨੇ ਆਸਾਨੀ ਵੰਡ ਕੀਤੀ। ਇਹੀ ਕਾਰਨ ਹੈ ਕਿ ਵੈਸਟ ਦੇ ਜਿਹੜੇ ਬੱਚੇ ਨੇ ਇਹ ਓਬੈਸਿਟੀ ਦਾ ਸ਼ਿਕਾਰ ਹੋ ਰਹੇ ਨੇ, ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ। ਔਰ ਉਹ ਜਿਹੜੇ ਬੱਚੇ ਨੇ ਵਿਚਾਰੇ, ਉਹਨਾਂ ਦੇ ਪਿੰਜਰ ਨਿਕਲੇ ਨੇ, ਉਹਨਾਂ ਦੇ ਖਾਣ ਵਾਸਤੇ ਉਹਨਾਂ ਕੋਲ ਬਹੁਤਾ ਕੁਝ ਸਮਾਨ ਨਹੀਂ। ਇੰਡੀਆ ਵਿੱਚ ਅਸੀਂ ਦੇਖਦੇ ਹਾਂ ਕਿ ਇੰਨਾ ਪਦਾਰਥ ਮੌਜੂਦ ਹੈ ਨਾ। ਅੱਜ ਜਿਹੜੀ ਨੈਕਸਲਾਈਟ ਮੂਵਮੈਂਟ ਚੱਲ ਰਹੀ ਹੈ, ਇਹਦੇ ਪਿੱਛੇ ਕਾਰਨ ਹੀ ਇਹ ਹੈ ਕਿ ਉਸ ਧਰਤੀ ਦੇ ਅੰਦਰ ਮਿਨਰਲਸ ਬਹੁਤ ਮੌਜੂਦ ਨੇ ਔਰ ਵੱਡੇ ਵੱਡੇ ਜਿਹੜੇ ਉਦਯੋਗਪਤੀ ਨੇ ਉਹ ਚਾਹੁੰਦੇ ਨੇ ਕਿ ਉਹ ਮਿਨਰਲਸ ਉਹਨਾਂ ਦਾ ਅਸੀਂ ਯੂਜ਼ ਕਰ ਲਈਏ। ਧਰਤੀ ਬੜੀ ਸ਼ਰਸਾਰ ਹੈ, ਲੇਕਿਨ ਉਹਨਾਂ ਲੋਕਾਂ ਨੂੰ ਉਹਦਾ ਪਤਾ ਨਹੀਂ। ਅਰਬ ਦੇ ਲੋਕਾਂ ਨੂੰ ਜਦੋਂ ਤੱਕ ਨਹੀਂ ਸੀ ਪਤਾ ਕਿ ਧਰਤੀ ਦੇ ਅੰਦਰ ਬੇਅੰਤ ਰਿਜ਼ਕ ਮੌਜੂਦ ਹੈ, ਇੱਕ ਐਸਾ ਤਰਲ ਤੇਲ ਮੌਜੂਦ ਹੈ ਜਿਹੜਾ ਸਾਨੂੰ ਇਹਨਾਂ ਨੂੰ ਅਮੀਰ ਕਰ ਸਕਦਾ ਹੈ। ਧਾੜੀ ਬਣ ਕੇ ਘੁੰਮਦੇ ਰਹੇ, ਲੁੱਟਦੇ ਰਹੇ ਲੋਕਾਂ ਨੂੰ, ਲੇਕਿਨ ਜਦੋਂ ਪਤਾ ਲੱਗਾ ਅੱਜ ਸਾਰੀ ਦੁਨੀਆ ਦੇ ਉੱਤੇ ਰਾਜ ਹੈ। ਕਾਰਨ ਹੈ ਕਿ ਧਰਤੀ ਦੇ ਅੰਦਰ ਇੰਨਾ ਰਿਜ਼ਕ ਮੌਜੂਦ ਹੈ, ਕੁਦਰਤ ਦੇ ਅੰਦਰ ਇੰਨਾ ਰਿਜ਼ਕ ਮੌਜੂਦ ਹੈ ਜਿੱਤਾ ਉਹ ਆਪ ਕਰਦਾ ਹੈ। ਪਰ ਬੰਦੇ ਨੇ ਅਸਾਵੀ ਵੰਡ ਕਰਕੇ ਇਸ ਧਰਤੀ ਦੇ ਉੱਤੇ ਇਸਨੇ ਇੰਨੀ ਅਸਾਵੀ ਵੰਡ ਕੀਤੀ ਕਿ ਅੱਜ ਧਰਤੀ ਦੇ ਉੱਤੇ ਚਿੰਤਾ ਹੈ ਲੋਕਾਂ ਨੂੰ, ਭੁੱਖ ਦੀ, ਭੁੱਖਮਰੀ ਵੱਧ ਰਹੀ ਹੈ। ਕਾਰਨ ਹੈ ਕਿ ਤੁਸੀਂ ਅਸਾਵੀ ਵੰਡ ਕੀਤੀ ਹੈ।
ਇਸੇ ਅਸਾਮੀ ਵੰਡ ਦਾ ਜ਼ਿਕਰ ਭਾਈ ਲਾਲੋ ਤੇ ਉਸ ਸਾਖੀ ਦੇ ਅੰਦਰ ਕੀਤਾ ਜਾਂਦਾ ਹੈ ਨਾ ਕਿ ਗੁਰੂ ਨਾਨਕ ਮਹਾਰਾਜ ਜੀ ਮਲਕ ਭਾਗੋ ਨੂੰ ਕਹਿੰਦੇ ਨੇ ਕਿ ਮਲਕ ਭਾਗੋ ਕਿ ਤੇਰਾ ਪ੍ਰਸ਼ਾਦਾ ਇਸ ਕਰਕੇ ਨਹੀਂ ਛਕਣਾ ਕਿ ਇਸ ਰੋਟੀ ਦੇ ਅੰਦਰ ਗਰੀਬਾਂ ਤੇ ਮਜ਼ਲੂਮਾਂ ਦਾ ਅਸਾਮੀ ਵੰਡ ਹੈ ਕਿ ਇੱਕ ਘਰ ਦੇ ਅੰਦਰ ਚੁੱਲ੍ਹਾ ਨਹੀਂ ਪੱਕ ਰਿਹਾ, ਇੱਕ ਘਰ ਦੇ ਅੰਦਰ ਰੋਟੀ ਦਾ ਇੰਤਜ਼ਾਮ ਨਹੀਂ ਹੋ ਰਿਹਾ ਤੇ ਤੂੰ ਲੋਕਾਂ ਦਾ ਸ਼ੋਸ਼ਣ ਕਰਕੇ ਅੱਜ ਵੱਡੇ ਵੱਡੇ ਪਕਵਾਨ ਲਾ ਰਿਹਾ, ਇਹ ਗਲਤ ਹੈ। ਪਾਤਸ਼ਾਹ ਜੀ ਨੇ ਉਸ ਅਸਾਮੀ ਵੰਡ ਦੇ ਉੱਤੇ ਸੱਟ ਮਾਰੀ ਔਰ ਸਾਨੂੰ ਸਮਝਾਇਆ ਇਸ ਕੁਦਰਤ ਦੇ ਅੰਦਰ ਦੇਖੋ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਨੇ ਇਹ ਚੀਜ਼ ਜੰਤ ਪੈਦਾ ਕੀਤੇ ਨੇ, ਜਿਨ ਕਰਤਾ ਕਰਨਾ ਕੀਆ ਚਿੰਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ। ਕਹਿੰਦੇ ਨੇ ਉਹ ਕਰਤਾ ਅਸਲ ਵਿੱਚ ਚਿੰਤਾ ਕਰਦਾ ਹੈ ਜਿਸ ਨੇ ਇਸ ਜਗਤ ਨੂੰ ਪੈਦਾ ਕੀਤਾ ਹੈ, ਜਿਸ ਨੇ ਇਸ ਜਗਤ ਨੂੰ ਪਾਇਆ ਹੈ, ਜਿਸ ਨੇ ਜਿਹੜੀ ਕ੍ਰੀਏਸ਼ਨ ਹੈ। ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਨਾ ਉਸ ਫਿਨਲੈਂਡ ਦੇ ਅੰਦਰ ਇੱਕ ਮੱਛਰ ਦਾ ਲਾਰਵਾ ਹੈ, ਮੱਛਰ ਦਾ ਲਾਰਵਾ ਫਿਨਲੈਂਡ ਦੇ ਵਿੱਚ ਜਦੋਂ ਠੰਡ ਪੈਂਦੀ ਹੈ ਸਰੋਵਰ ਜਿਹੜੇ ਜੰਮ ਜਾਂਦੇ ਨੇ, ਉਹ ਮੱਛਰ ਦਾ ਲਾਰਵਾ ਵੀ ਜੰਮ ਜਾਂਦਾ ਹੈ। ਪਰ ਰੱਬ ਨੇ ਉਹਦੀ ਕੁਦਰਤ ਜਿਹੜੀ ਹੈ ਉਹਦੀ ਸ਼ੇਪ ਜਿਹੜੀ ਇਸ ਢੰਗ ਦੀ ਬਣਾਈ ਹੈ ਵੀ ਉਹਦਾ ਜਿਹੜਾ ਅੰਦਰਲਾ ਗਲਾਈਕੋ ਪ੍ਰੋਟੀਨ ਹੈ ਉਹਦੇ ਵਾਸਤੇ ਖੁਰਾਕ ਦਾ ਕੰਮ ਕਰਦਾ ਰਹਿੰਦਾ। ਲਗਭਗ 6-7 ਮਹੀਨੇ ਉਹ ਜੰਮਿਆ ਰਹਿੰਦਾ ਲਾਰਵਾ, ਖੁਰਾਕ ਦਾ ਕੰਮ ਗਲਾਈਕੋ ਪ੍ਰੋਟੀਨ ਕਰਦਾ ਰਹਿੰਦਾ ਹੈ। ਜਦੋਂ ਗਰਮੀ ਹੁੰਦੀ ਹੈ, ਪਿੰਗਲਦਾ ਹੈ, ਉਹ ਬਰਫ਼ ਪਿੰਗਲਦੀ ਹੈ, ਉਹ ਲਾਰਵਾ ਵਿੱਚੋਂ ਨਿਕਲ ਕੇ ਆਉਂਦਾ, ਫਿਰ ਉਹ ਜਿਉਂਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹਾਈਬਰਨੇਸ਼ਨ ਦੀ ਜਿਹੜੀ ਅਸੀਂ ਇੱਕ ਥਿਊਰੀ ਦੇਖਦੇ ਹਾਂ ਕਿ ਠੰਡ ਬੜੀ ਪੈਂਦੀ ਹੈ, ਪੋਲਰ ਬੀਅਰ ਹਾਈਬਰਨੇਟ ਹੋ ਜਾਂਦੇ ਨੇ, ਧੜਕਣ ਮੱਧਮ ਹੋ ਜਾਂਦੀ ਹੈ, ਉਹਨਾਂ ਦੀ ਖੁਰਾਕ ਉਹਨਾਂ ਦੇ ਕੋਲ ਹੈ ਨਹੀਂ, ਧੜਕਣ ਮੱਧਮ ਹੋ ਗਈ, ਸਾਹ ਦੀ ਜਿਹੜੀ ਉਹਨਾਂ ਦੀ ਚੱਲਣ ਦੀ ਪ੍ਰਕਿਰਿਆ ਬੜੀ ਮੱਧਮ ਹੋ ਜਾਂਦੀ ਹੈ। ਕੁਦਰਤ ਨੇ ਉਸ ਢੰਗ ਦੇ ਨਾਲ ਉਹਨਾਂ ਨੂੰ ਹਾਈਬਰਨੇਟ ਉਹਨਾਂ ਨੇ ਕਰਨਾ ਸਿੱਖ ਲਿਆ। ਕੁਦਰਤ ਨੇ ਉਹਨਾਂ ਦੀ ਰੋਜ਼ੀ ਦਾ ਇੰਤਜ਼ਾਮ ਉਸ ਹਾਲਾਤ ਦੇ ਅੰਦਰ ਵੀ ਕਰ ਦਿੱਤਾ ਕਿ ਉਹ ਆਪਣੀ ਬੋਡੀ ਦੀ ਖੁਰਾਕ, ਆਪਣੀ ਚਰਬੀ ਨੂੰ ਖਾਂਦੇ, ਉਹ ਸਰੀਰ ਆਪਣੀ ਚਰਬੀ ਨੂੰ ਖਾ ਕੇ ਉਹ 6 ਮਹੀਨੇ ਬਾਅਦ ਜਿਹੜੇ ਉਹ ਹਾਈਬਰਨੇਟਡ ਜੀ ਨੇ, ਉਹ 6 ਮਹੀਨੇ ਬਾਅਦ ਵਿੱਚੋਂ ਨਿਕਲ ਕੇ ਫਿਰ ਉਹ ਸਰਵਾਈਵ ਕਰਦੇ ਨੇ। ਇਹ ਕੁਦਰਤ ਆਪ ਸਾਰਾ ਕੁਝ ਜਿਹੜੀ ਹੈ ਉਹਦੀ ਚਿੰਤਾ ਕੁਦਰਤ ਨੇ ਕੀਤੀ ਹੈ। ਨਾਨਕ ਹੁਣ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਤਿਸ ਜੁਹਾਰੀ ਸਵਸਤ ਤਿਸ ਦੀਵਾਨ ਅਪਨ, ਤਿਸ ਜੁਹਾਰੀ ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ, ਉਸ ਅਕਾਲ ਵਾਹਿਗੁਰੂ ਜੀ, ਜਿਸ ਅਕਾਲ ਵਾਹਿਗੁਰੂ ਜੀ ਦੀ ਕਾਇਨਾਤ ਇੰਨੀ ਵਿਸ਼ਾਲ ਹੈ, ਇੰਨੀ ਵਿਸ਼ਾਲਤਾ ਦੇ ਅੰਦਰ ਹੈ। ਮੈਂ ਨਮਸਕਾਰ ਕਰਦਾ ਹਾਂ ਉਸ ਅਕਾਲ ਪੁਰਖ ਵਾਹਿਗੁਰੂ, ਉਹ ਅਕਾਲ ਪੁਰਖ ਸਵਸਤ, ਸਵਸਤ ਦਾ ਮਤਲਬ ਸਦਾ ਅਟਲ ਰਹੇ। ਸੰਸਕ੍ਰਿਤ ਦਾ ਵਰਡ ਹੈ ਸਵਸਤ, ਉਹਦੇ ਵਿੱਚੋਂ ਸਵਸਤ ਸ਼ਬਦ ਜਿਹੜਾ ਹੈ ਤਦਭਵ ਰੂਪ ਦੇ ਵਿੱਚ ਨਿਕਲ ਕੇ ਵਿਆਕਰਨਿਕ ਨਿਯਮਾਂ ਦੇ ਮੁਤਾਬਿਕ ਇੱਥੇ ਆ ਰਿਹਾ ਹੈ। ਸਵਸਤ ਦਾ ਮਤਲਬ ਤੇਰੀ ਜੈ ਹੋਵੇ ਇਹ ਅਕਾਲ ਵਾਹਿਗੁਰੂ ਜੀ, ਤੇਰੇ ਅੱਗੇ ਵਾਕਈ ਸਿਜਦਾ ਕਰਨ ਦਾ ਜੀ ਕਰਦਾ ਕਿ ਜਿਸਨੇ ਇੰਨੇ ਵੱਡੇ ਕ੍ਰੀਏਸ਼ਨ ਨੂੰ ਸਿਰਜਿਆ, ਫਿਰ ਉਹ ਸਾਰੀ ਕ੍ਰੀਏਸ਼ਨ ਦੇ ਰਿਜ਼ਕ ਦੀ ਵੀ ਚਿੰਤਾ ਹੈ। ਸਾਨੂੰ ਚਿੰਤਾ ਹੁੰਦੀ ਹੈ ਵੀ ਸਾਡੇ ਬੱਚੇ ਆਉਣ ਵਾਲੇ ਫਿਊਚਰ ਦੇ ਅੰਦਰ ਕੀ ਖਾਣਗੇ, ਕਿੱਦਾਂ ਦਾ ਉਹਨਾਂ ਦਾ ਜਿਹੜਾ ਹੈ ਲਾਈਫ ਸਟਾਈਲ ਹੋਵੇਗਾ। ਹਰ ਇੱਕ ਪੇਰੈਂਟਸ ਨੂੰ ਚਿੰਤਾ ਹੁੰਦੀ ਹੈ। ਰੱਬ ਨੇ ਇਹ ਪੂਰੀ ਕ੍ਰੀਏਸ਼ਨ ਨੂੰ ਸਾਜ ਕੇ ਕਿਸ ਢੰਗ ਦੇ ਨਾਲ ਉਹ ਸਾਰੇ ਰਿਜ਼ਕ ਦਾ ਇੰਤਜ਼ਾਮ ਕੀਤਾ, ਸਾਰੇ ਨਿਜ਼ਾਮ ਨੂੰ ਚਲਾਇਆ। ਗੁਰੂ ਨਾਨਕ ਮਹਾਰਾਜ ਜੀ ਬਚਨ ਕਰਦੇ ਨੇ ਕਿ ਤਿਸ ਜੁਹਾਰੀ ਸਵਸਤ ਤਿਸ ਦੀਵਾਨ ਅਪੱਗ, ਉਹਦਾ ਇਹ ਦਰਬਾਰ, ਉਹਦੀ ਇਹ ਕੁਦਰਤ ਅਪੱਗ ਨਾ ਕਦੇ ਨਾ ਨਾਸ਼ ਹੋਣ ਵਾਲੀ ਹੈ, ਉਹਦੀ ਇਹ ਕੁਦਰਤ ਕਦੇ ਨਾ ਨਾਸ਼ ਹੋਣ ਵਾਲੀ ਹੈ। ਅੱਜ ਤੇ ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ। ਕਹਿੰਦੇ ਆ ਕਿ ਪੜ੍ਹਦੇ ਸੁਣਦੇ ਆ ਵੀ ਬਲੈਕ ਹੋਲ ਜਿਹੜਾ ਹੈ ਇੱਕ ਐਸਾ ਰਹੱਸ ਹੈ ਨਾ ਜਿਹਦੇ ਅੰਦਰ ਜਾ ਕੇ ਸਾਰੀਆਂ ਗੈਲੈਕਸੀਆਂ ਖਤਮ ਹੋ ਜਾਂਦੀਆਂ ਨੇ, ਪਰ ਬਲੈਕ ਹੋਲ ਕਦੇ ਨਾਸ਼ ਨਹੀਂ ਹੁੰਦਾ, ਮੰਨਿਆ ਜਾ ਰਿਹਾ ਹੈ। ਹੁਣ ਵਰਮ ਹੋਲਸ ਆ ਗਏ, ਇਸ ਤੋਂ ਖੋਜ ਹੋ ਰਹੀ ਹੈ। ਦੇਖੋ ਇੱਕ ਥਾਂ ਤੇ ਜਾ ਕੇ ਸਾਇੰਸ ਖਤਮ ਹੋ ਜਾਂਦੀ ਹੈ ਜਿੱਥੇ ਉਸ ਅਕਾਲ ਵਾਹਿਗੁਰੂ ਜੀ ਹੋਣ ਦਾ ਅਹਿਸਾਸ ਸਾਨੂੰ ਹੁੰਦਾ ਹੈ, ਜਿੱਥੇ ਜਾ ਕੇ ਉਹ ਕਹਿ ਦਿੰਦੇ ਨੇ ਵੀ ਗੋਡ ਪਾਰਟੀਕਲ ਹੈ। ਗੈਸਿਸ ਦੀ ਗੱਲ ਕਰਦੇ ਨੇ, ਗੈਸਿਸ ਕਿੱਥੋਂ ਆਈ ਇਹਦੀ ਬਾਤ ਨਹੀਂ ਕਰਦੇ। ਇੱਥੇ ਜਾ ਕੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਕਿ ਮੈਂ ਸਿਜਦਾ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਿਸ ਨੇ ਇਹ ਪੂਰੀ ਕ੍ਰੀਏਸ਼ਨ ਉਸਨੇ ਉਹ ਬਣਾਇਆ, ਔਰ ਉਹ ਕ੍ਰੀਏਸ਼ਨ ਦੀ ਜਿਹੜੀ ਹੈ ਇਹ ਕੁਦਰਤ ਦੇ ਜਿਹੜੇ ਉਹ ਵੀ ਕਦੇ ਨਾ ਨਾਸ਼ ਹੋਣ ਵਾਲੀ ਹੈ, ਕਦੇ ਨਾ ਨਾਸ਼ ਹੋਣ ਵਾਲਾ ਉਹਦਾ ਨਿਯਮ ਹੈ, ਉਹਦਾ ਸਿਸਟਮ ਹੈ ਜਿਹੜਾ ਕਦੇ ਨਾਸ਼ ਨਹੀਂ ਹੋ ਸਕਦਾ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ, ਕਹਿੰਦੇ ਸੱਚੇ ਨਾਮ ਤੋਂ ਬਿਨਾ ਕੀ ਟਿੱਕਾ ਤੇ ਕੀ ਤੱਗ। ਪਾਤਸ਼ਾਹ ਜੀ ਵਜ਼ਨ ਕਰਦੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜੇ ਉਹਦੀ ਬੇਨਤੀ ਦੀ ਬਾਤ ਕਰੀਏ, ਇੱਥੇ ਇੱਕ ਲਫ਼ਜ਼ ਦੀ ਇੱਕ ਕਮਿਊਨਿਟੀ ਦੀ ਬਾਤ ਨਹੀਂ,
ਅਸੀਂ ਟਿੱਕੇ ਤੇ ਟੱਗ ਦੀ ਬਾਤ ਇੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਕੀਤੀ ਕਿ ਜਿਹੜੇ ਕਰਮਕਾਂਡੀ ਲੋਕ ਸਨ ਉਹ ਖਾਸ ਤੌਰ ਤੇ ਟਿੱਕਾ ਲਾ ਰਹੇ ਨੇ, ਟੱਗ ਚ ਨਹੀਂ ਪਾਇਆ ਜਾ ਰਿਹਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਕੇਵਲ ਇੱਕ ਧਾਰਮਿਕ ਚਿੰਨ੍ਹਾਂ ਦੇ ਉੱਤੇ ਅੜਿਆ ਹੈ, ਤੇਰੇ ਜੀਵਨ ਦੇ ਅੰਦਰ ਉਸ ਅਕਾਲ ਪੁਰਖ ਦੀ ਕਰਤੇ ਦੀ ਕੁਦਰਤ ਵਾਸਤੇ ਕੋਈ ਤੇਰੇ ਅੰਦਰ ਕੋਈ ਪਿਆਰ ਨਹੀਂ, ਕੋਈ ਦਇਆ ਨਹੀਂ, ਕੋਈ ਤੇਰੇ ਅੰਦਰ ਕੋਈ ਚਾਹਤ ਨਹੀਂ ਕਿ ਉਸ ਕਰਤੇ ਦੀ ਕੁਦਰਤ ਦੇ ਜੀਆਂ ਦੇ ਨਾਲ ਤੂੰ ਪਿਆਰ ਕਰੇ, ਤੇਰੇ ਅੰਦਰ ਉਹ ਇਨਸਾਨੀਅਤ ਨਹੀਂ। ਪਾਤਸ਼ਾਹ ਜੀ ਕਹਿੰਦੇ ਨੇ ਫਿਰ ਇਹ ਧਰਮੀ ਹੋਣ ਦਾ ਕੋਈ ਲਾਭ ਨਹੀਂ। ਇਸੇ ਤਰ੍ਹਾਂ ਸਾਨੂੰ ਵੀ ਸਮਝਾਇਆ ਕਿ ਜੇ ਅਸੀਂ ਇਹ ਧਾਰਮਿਕ ਚਿੰਨ੍ਹ ਤੇ ਪਾ ਲਈ, ਕਿਰਪਾਨ ਪਾ ਲਈ, ਕੜਾ ਪਾ ਲਈ, ਕਛਹਿਰੇ ਦਾ ਅਸੀਂ ਜਿਹੜਾ ਹੈ ਉਹ ਪਾ ਲਿਆ, ਇਹ ਸਾਰੇ ਕਕਾਰ ਅਸੀਂ ਧਾਰਨ ਕਰ ਲਏ, ਬਾਹਰੀ ਤੌਰ ਤੇ ਦਿੱਖ ਸਿੱਖ ਵਰਗੀ ਬਣਾ ਲਈ, ਪਰ ਜੇ ਸੋਚ ਸਿੱਖ ਵਰਗੀ ਨਾ ਹੋਈ, ਜੇ ਮੈਂਟੈਲਿਟੀ ਦੇ ਅੰਦਰ ਸਿੱਖੀ ਨਹੀਂ, ਤੇ ਫਿਰ ਉਹਦਾ ਕੋਈ ਲਾਭ ਨਹੀਂ। ਸ਼ਾਇਦ ਮੈਂ ਪਹਿਲਾਂ ਵੀ ਕਿ ਲੁੱਕ ਲਾਈਕ ਅ ਸਿੱਖ, ਥਿੰਕ ਲਾਈਕ ਅ ਸਿੱਖ ਔਰ ਬਿਹੇਵ ਲਾਈਕ ਅ ਸਿੱਖ। ਬੜਾ ਜ਼ਰੂਰੀ ਹੈ ਕਿ ਇੱਕ ਸਿੱਖ ਹਾਂ ਤੇ ਸਾਡਾ ਲੁੱਕ ਵਾਈਜ਼ ਸਾਡੀ ਦਿੱਖ ਜਿਹੜੀ ਹੈ, ਸਾਡਾ ਪਹਿਰਾਵਾ ਜਿਹੜਾ ਹੈ, ਜਿਵੇਂ ਕਿਹਾ ਜਾਂਦਾ ਹੈ ਕਿ ਦਸਤਾਰ, ਦਸਤਾਰ, ਰਫਤਾਰ, ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਬੰਦੇ ਦਾ ਕਿ ਪਹਿਰਾਵਾ ਕੈਸਾ ਹੈ, ਕਿ ਪਹਿਰਾਵਾ ਐਸਾ ਤਾਂ ਨਹੀਂ ਪਾਇਆ ਜਾ ਰਿਹਾ ਕਿ ਅਸੀਂ ਲੋਕਾਂ ਨੂੰ ਅਟਰੈਕਟ ਕਰਨ ਦੇ ਵਾਸਤੇ ਉਹ ਪਹਿਰਾਵਾ ਪਾ ਰਹੇ ਹਾਂ। ਜੇ ਲੋਕਾਂ ਨੂੰ ਅਟਰੈਕਟ ਕਰਨ ਵਾਸਤੇ ਪਾਇਆ ਜਾ ਰਿਹਾ ਹੈ, ਇਟ ਮੀਨਸ ਕਿ ਅੰਦਰ ਹਲੇ ਬੰਦੇ ਦੇ ਖਲਾ ਚੱਲ ਰਿਹਾ ਹੈ, ਅੰਦਰ ਸ਼ਾਂਤੀ ਨਹੀਂ, ਅੰਦਰ ਖੇੜਾ ਨਹੀਂ। ਜੇ ਉਹ ਅੰਦਰ ਟਿਕਾ ਨਹੀਂ ਹੋਏਗਾ ਤੇ ਉਹ ਲੋਕਾਂ ਨੂੰ ਖੁਸ਼ ਕਰਨ ਦੇ ਵਾਸਤੇ ਪਹਿਰਾਵਾ ਪਾਇਆ ਜਾਏਗਾ। ਗੁਫਤਾਰ ਕੈਸੀ ਹੋਵੇ, ਕੀ ਸਾਡੀ ਗੁਫਤਾਰ ਸਿੱਖ ਵਰਗੀ ਹੈ, ਕੀ ਸਾਡਾ ਉਹ ਜਿਹੜੀ ਗੁਫਤਾਰ ਹੈ ਉਹ ਗੁਰਬਾਣੀ ਵਰਗੀ ਹੈ। ਫਿਰ ਸਾਡਾ ਤੀਜੀ ਗੱਲ, ਸਾਡੀ ਰਫਤਾਰ, ਸਾਡੇ ਜ਼ਿੰਦਗੀ ਜਿਉਣ ਦਾ ਢੰਗ ਕੈਸਾ ਹੋਵੇ ਕਿ ਕੜਾ ਤੇ ਪਾਇਆ ਪਰ ਅੱਜ ਵੀ ਕਰਮ ਕਾਂਡਾਂ ਦੇ ਨਾਲ ਜੁੜਿਆ ਹੈ, ਜਦ ਸਤ ਅੱਜ ਵੀ ਧਾਰਨੀ ਨਹੀਂ ਹੋਇਆ, ਕਿਰਪਾਨ ਤੇ ਪਾਈ ਹੈ ਕਿ ਸੁਰਤਾਈ ਵਾਲੀ ਬਾਤ ਅੱਜ ਵੀ ਨਹੀਂ ਆਈ, ਕੇਸ਼ ਰੱਖੇ ਨੇ, ਦਸਤਾਰ ਬੰਨੀ ਹੈ, ਲੇਕਿਨ ਅੱਜ ਵੀ ਉਸ ਨੇਚਰ ਦੇ ਨਾਲ ਜੁੜਨ ਦਾ ਯਤਨ ਨਹੀਂ ਕਰਦਾ, ਆਪਣੇ ਜੀਵਨ ਨੂੰ ਨੇਚਰ ਤੋਂ ਦੂਰ ਲੈ ਕੇ ਜਾ ਰਿਹਾ ਹੈ। ਲਾਈਫ ਸਟਾਈਲ ਦੇ ਅੰਦਰ ਉਹ ਪ੍ਰਕਿਰਤਿਕ ਜਿਹੜੀ ਹੈ ਉਹ ਖੂਬੀ ਨਹੀਂ ਰਹੀ, ਉਹ ਨੇਚਰ ਤੋਂ ਬਿਲਕੁਲ ਟੁੱਟਾ ਹੋਇਆ ਇੱਕ ਇਨਸਾਨ ਹੋ ਗਿਆ ਹੈ ਔਰ ਦਸਤਾਰ ਬੰਨਦਾ ਹੈ, ਲੇਕਿਨ ਜੀਵਨ ਦੇ ਅੰਦਰ ਇੰਨੀ ਜੁਰਤ ਨਹੀਂ, ਜੀਵਨ ਦੇ ਅੰਦਰ ਇੰਨੀ ਦਲੇਰੀ ਨਹੀਂ ਕਿ ਦਸਤਾਰ ਬਣ ਕੇ ਬਾਦਸ਼ਾਹਤ ਵਰਗਾ ਇਹ ਜਿਹੜਾ ਹੈ ਇਹ ਸੋਚ ਆਪਣੀ ਪੈਦਾ ਕਰ ਸਕੇ ਔਰ ਇਸ ਜਗਤ ਦੇ ਅੰਦਰ ਉਸ ਰੂਪ ਦੇ ਅੰਦਰ ਉਤਰ ਸਕੇ। ਸੋ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਸੱਚੇ ਨਾਮ ਦੇ ਕਿਆ ਟਿੱਕਾ ਕਿਆ ਤਗ। ਇਸ ਤੋਂ ਅਗਲੇਰਾ ਸ਼ਲੋਕ ਹੈ ਮਹਿਲਾ ਪਹਿਲਾ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਪਾਤਸ਼ਾਹ ਜੀ ਕਹਿੰਦੇ ਲੱਖਾਂ ਨੇਕੀਆਂ ਕਰ ਲੈ, ਲੱਖਾਂ ਚੰਗਿਆਈਆਂ ਕਰ ਲੈ, ਲੋਕਾਂ ਨੂੰ ਖਾਣ ਵਾਸਤੇ ਨਾ ਇਨਸਾਨ ਬਹੁਤ ਸਾਰੀਆਂ ਨੇਕੀਆਂ ਕਰਦਾ ਹੈ। ਅੱਜ ਫੇਸਬੁੱਕ ਤੇ ਤੁਸੀਂ ਦੇਖਦੇ ਹੀ ਹੋ ਕਿ ਵੇਖਿਆ ਜਾਂਦਾ ਹੈ ਕਿ ਫੇਸਬੁੱਕ ਤੇ ਜੋ ਕਿ ਅਸੀਂ ਕੁਝ ਕਰਦੇ ਹਾਂ, ਕੁਝ ਕਹਿੰਦੇ ਹਾਂ, ਕਿ ਉਹਦੀ ਨਾਲ ਦੇ ਨਾਲ ਫੋਟੋ ਪਾ ਦਿੱਤੀ। ਅਸੀਂ ਚਾਹੁੰਦੇ ਹਾਂ ਕਿ ਸਾਡੀ ਨੇਕੀਆਂ, ਸਾਡੀਆਂ ਚੰਗਿਆਈਆਂ ਜਨਤਕ ਹੋਣ, ਸਾਡੇ ਪੁੰਨ ਦੇ ਕੰਮ ਕੀਤੇ ਹੋਏ ਪ੍ਰਵਾਨ ਹੋਣ, ਲੇਕਿਨ ਕਦੇ ਕਿਸੇ ਨੇ ਇਹ ਪਾਇਆ ਹੈ ਆਪਣਾ ਸਟੇਟਸ ਕਿ ਮੈਂ ਬਹੁਤ ਜ਼ਿਆਦਾ ਕਰੋਧੀ ਹਾਂ, ਕਦੇ ਕਿਸੇ ਨੇ ਇਹ ਗੱਲ ਆਖੀ ਹੈ ਕਿ ਮੈਂ ਬਹੁਤ ਜ਼ਿਆਦਾ ਹੰਕਾਰੀ ਹਾਂ, ਕਦੇ ਕਿਸੇ ਨੇ ਸਟੇਟਸ ਪਾਇਆ ਹੋਵੇ, ਕਦੇ ਕਿਸੇ ਨੇ ਇਸ ਢੰਗ ਦੇ ਨਾਲ ਆਪਣੇ ਆਪ ਨੂੰ ਬਖਿਆਲਿਆ ਹੋਵੇ ਕਿ ਮੇਰੇ ਅੰਦਰ ਤੇ ਯਾਰ ਹੰਕਾਰ ਬਹੁਤ ਹੈ, ਮੈਂ ਤੇ ਨੀਚ ਕਿਸਮ ਦਾ ਇਨਸਾਨ ਹਾਂ। ਇਹ ਬਿਰਤੀ ਜਿਹੜੀ ਹੈ ਕਿੱਥੋਂ ਆ ਰਹੀ ਹੈ? ਪਾਤਸ਼ਾਹ ਜੀ ਕਹਿੰਦੇ ਨੇ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਵਿਵਾਨ। ਲੱਖਾਂ ਤਪ ਕਰ ਲੈ ਤੀਰਥਾਂ ਦੇ ਉੱਤੇ ਜਾ ਕੇ, ਸਹਿਜ ਜੋਗ ਵਿਵਾਨ ਕਰ ਲੈ, ਜੋਗ ਕਰ ਲੈ, ਜੰਗਲਾਂ ਦੇ ਅੰਦਰ ਚਲਾ ਜਾ, ਜੋਗ ਮਤ ਦਾ ਧਾਰਮਿਕ ਹੋ ਜਾ, ਪਰ ਤੇਰੇ ਜੀਵਨ ਦੇ ਅੰਦਰ ਜੇ ਸੱਚਾਈ ਨਹੀਂ, ਜੇ ਟਿਕਾ ਨਹੀਂ, ਫਿਰ ਤੇਰਾ ਇਹ ਕਰਮ ਕਿਸੇ ਲਾਭ ਦਾ ਨਹੀਂ। ਲੱਖ ਸੂਰਤਨ ਸੰਗਰਾਮ ਰਣ ਮਹਿ ਛੁਟੈ ਪ੍ਰਾਣ। ਤੂੰ ਰਣ ਭੂਮੀਆਂ ਵਿੱਚ ਜਾ ਕੇ ਸੂਰਮਿਆਂ ਵਾਲੇ ਬੇਅੰਤ ਕੰਮ ਕਰ ਤੇ ਉਹਨਾਂ ਕਾਰਨਾਮਿਆਂ ਕਰਕੇ ਜੰਗ ਦੇ ਵਿੱਚ ਸ਼ਹੀਦ ਵੀ ਹੋ ਜਾ। ਜਿਵੇਂ ਖਾਸ ਤੌਰ ਤੇ ਇਸ ਸਾਮੀ ਮਤਾਂ ਦੇ ਸੈਮਿਟਿਕ ਜਿਹੜੇ ਧਰਮ ਨੇ, ਇਹਨਾਂ ਦੇ ਵਿੱਚ ਨਾ ਸ਼ਹੀਦੀ ਦਾ ਜ਼ਿਕਰ ਆਉਂਦਾ ਹੈ ਕਿ ਸ਼ਹੀਦ ਹੋਣ ਤੋਂ ਬਾਅਦ ਅੱਗੇ ਜਾ ਕੇ ਬਹਿਸ਼ਤ ਮਿਲੇਗਾ, ਅੱਗੇ ਜਾ ਕੇ ਹੂਰਾਂ ਮਿਲਣਗੀਆਂ, ਅੱਗੇ ਜਾ ਕੇ ਸਾਡੇ ਐਸ਼ੋ ਇਸ਼ਰਤ ਦੇ ਸਾਧਨ ਮਿਲਣਗੇ। ਪਾਤਸ਼ਾਹ ਜੀ ਕਹਿੰਦੇ ਨੇ ਇਹ ਕਨਸੈਪਟ ਵੀ ਅਸਲ ਦੇ ਅੰਦਰ ਠੀਕ ਨਹੀਂ। ਕਿਤੇ ਐਸੀ ਸੋਚ ਕਰਕੇ ਜੇ ਤੂੰ ਆਪਣਾ ਲੇਖਾ ਵੀ ਲਾ ਦੇਵੇਂਗਾ ਆਪਣੇ ਸਰੀਰ ਦਾ, ਉਹਦਾ ਵੀ ਕੋਈ ਬਹੁਤਾ ਲਾਭ ਨਹੀਂ। ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਆਂ ਪਾਠ ਪੁਰਾਣ। ਕਹਿੰਦੇ ਲੱਖਾਂ ਤਰੀਕਿਆਂ ਨਾਲ ਸੁਰਤ ਪਾਈ ਜਾਵੇ, ਲੱਖਾਂ ਗਿਆਨ ਧਿਆਨ ਆਪਣੇ ਜੀਵਨ ਦੇ ਅੰਦਰ, ਲੱਖਾਂ ਹੀ ਪਾਠ ਪੁਰਾਣ ਪੜ੍ਹ ਲਵੇ, ਭਾਵ ਬਹੁਤ ਸਾਰਾ ਗਿਆਨ ਹਾਸਲ ਕਰ ਲਵੇ,
ਪਰ ਗਿਆਨ ਜੇ ਆਪਣੇ ਜੀਵਨ ਦੇ ਵਿੱਚ ਵਰਤੋਂ ਵਿੱਚ ਨਹੀਂ ਲੈ ਕੇ ਆਇਆ ਤੇ ਉਹਦਾ ਕੋਈ ਲਾਭ ਨਹੀਂ। ਲੋਕਾਂ ਨੂੰ ਸਿਖਾਉਂਦਾ ਰਿਹਾ, ਪਰਿਵਾਰ ਨੂੰ ਸਿਖਾਉਂਦਾ ਰਿਹਾ, ਪਰ ਕਦੇ ਆਪਣੇ ਇਸ ਸਰੀਰ ਪਰਿਵਾਰ ਦੀ ਗੱਲ ਨਹੀਂ ਕੀਤੀ। ਲੋਕਾਂ ਨੂੰ ਕਹਿੰਦਾ ਰਿਹਾ ਸੱਚ ਬੋਲ, ਪਰਿਵਾਰ ਨੂੰ ਕਹਿੰਦਾ ਰਿਹਾ ਸੱਚ ਬੋਲ, ਪਰ ਕਦੇ ਆਪਣੀ ਜ਼ੁਬਾਨ ਤੋਂ ਨਹੀਂ ਕਿਹਾ ਕਿ ਜਿਹੜਾ ਇਹ ਆਪਣਾ ਪਰਿਵਾਰ ਸੀ ਕਿ ਇਹ ਜ਼ੁਬਾਨ ਤੋਂ ਕਦੇ ਸੱਚ ਬੋਲ। ਆਪਣੀਆਂ ਅੱਖਾਂ ਨੂੰ ਨਹੀਂ ਕਿਹਾ ਕਦੇ ਕਿ ਇਹ ਅੱਖਾਂ ਤੂੰ ਸੱਚ ਦੇਖ। ਆਪਣੀਆਂ ਅੱਖਾਂ ਨੂੰ, ਆਪਣੇ ਕੰਨਾਂ ਨੂੰ ਨਹੀਂ ਕਿਹਾ ਕਿ ਇਹ ਕੰਨ ਤੂੰ ਵੀ ਸੱਚ ਜਿਹੜਾ ਹੈ ਉਹ ਸੁਣ। ਹੱਥਾਂ ਦੇ ਨਾਲ ਸੱਚ ਦੀ ਕਾਰ ਕਰ। ਲੋਕਾਂ ਨੂੰ ਤੇ ਕਹਿੰਦਾ ਰਿਹਾ, ਲੇਕਿਨ ਆਪਣੇ ਇਸ ਸਰੀਰ ਰੂਪੀ ਪਰਿਵਾਰ ਦੇ ਨਾਲ, ਸਰੀਰ ਰੂਪੀ ਘਰ ਦੇ ਨਾਲ ਉਸ ਰੂਪ ਦੇ ਅੰਦਰ ਜੁੜ ਨਹੀਂ ਪਾਇਆ ਜਿਸ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਚਾਹੁੰਦੇ ਹਨ। ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ, ਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ, ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨਿਯਤ ਕੀਤਾ ਹੈ, ਉਸ ਦੀ ਬਖਸ਼ਿਸ਼ ਦਾ ਪਾਤਰ ਬਣਨ ਲਈ ਉਸ ਦਾ ਨਾਮ ਸਿਮਰਨ ਦੀ ਉੱਤਮ ਹੈ। ਇਸ ਕਰਕੇ ਜਿਸ ਅਕਾਲ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਰਚੀ ਹੈ, ਸਾਡਾ ਫਰਜ਼ ਬਣਦਾ ਹੈ ਕਿ ਉਸ ਅਕਾਲ ਵਾਹਿਗੁਰੂ ਜੀ ਦੇ ਨਾਲ ਜੁੜੀਏ। ਪਾਤਸ਼ਾਹ ਜੀ ਅੰਤਲੇ ਸ਼ਲੋਕ ਦੇ ਅੰਤਲੇ ਸਤਰਾਂ ਦੇ ਵਿੱਚ ਜ਼ਿਕਰ ਕਰਦੇ ਨੇ, ਨਾਨਕ ਥਿਆ ਕਰਮ ਸੱਚਾ ਨਿਸ਼ਾਨ। ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਇਹ ਸਾਰੀਆਂ ਸਿਆਣਪਾਂ ਵਿਅਰਥ ਹਨ, ਦਰਗਾਹ ਵਿੱਚ ਕਬੂਲ ਪੈਣ ਵਾਸਤੇ ਉਸ ਪ੍ਰਭੂ ਦੀ ਬਖਸ਼ਿਸ਼ ਹੀ ਸੱਚਾ ਪ੍ਰਵਾਨਾ ਹੈ। ਭਾਵ ਕਿ ਜੇ ਕਿਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਾਡੇ ਉੱਤੇ ਹੋ ਜਾਵੇ, ਸਾਡੇ ਉੱਤੇ ਮਿਹਰਾਮਤ ਹੋ ਜਾਵੇ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਖਸ਼ਿਸ਼ ਦੇ ਪਾਤਰ ਬਣ ਜਾਈਏ। ਜਿੱਦਾਂ ਕਿ ਪਿਛਲੇ ਕੁਝ ਸਮੇਂ ਪਹਿਲਾਂ ਗਿਆਨੀ ਹੋਰ ਆਪ ਜੀ ਦੇ ਨਾਲ ਕਿਰਪਾ ਨੂੰ ਕਾਫੀ ਡਿਸਕਸ ਕੀਤਾ ਸੀਗਾ ਕਿ ਕਿਰਪਾ ਕੀ ਹੈ, ਕਿਰਪਾ ਦੇ ਪਾਤਰ ਕਿਵੇਂ ਬਣਿਆ ਜਾ ਸਕਦਾ ਹੈ, ਕਿਵੇਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ। ਸੋ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੰਨਾ ਵਿਸ਼ਾਲ ਹੈ, ਇੰਨਾ ਵੱਡਾ ਹੈ, ਇੰਨਾ ਬੇਅੰਤ ਹੈ, ਜਿਸ ਨੂੰ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹਦਾ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ, ਕਿ ਜਿਸ ਦੀ ਵਿਚਾਰ ਵੀ ਸਾਂਝੀ ਨਹੀਂ ਕੀਤੀ ਜਾ ਸਕਦੀ। ਕਿਆ ਗੁਣ ਤੇਰੇ ਸਾਰ ਸੰਭਾਲੀ ਉਹ ਨਿਰਗੁਣ ਤਾਰੇ। ਹੁਣ ਐਸੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੀ ਬਖਸ਼ਿਸ਼ ਦੇ ਸਦਕਾ ਅਸੀਂ ਆਪਣੇ ਲਾਈਫ ਦੇ ਵਿੱਚ ਮੁਰਾਦਬਾ ਹਾਸਲ ਕਰ ਸਕਦੇ ਹਾਂ। ਦੋ ਗੱਲਾਂ ਕਹਿ ਕੇ ਮੈਂ ਸਮਾਪਤ ਕਰ ਰਿਹਾ, ਸਮਾਂ ਹੋ ਗਿਆ ਹੈ। ਅਸੀਂ ਅੱਜ ਦੀ ਸਟੱਡੀ ਦੇਖਦੇ ਹਾਂ ਕਿ ਇੱਕ ਹੁੰਦਾ ਨੈਚੁਰਲ ਟੈਲੈਂਟ। ਅਸੀਂ ਮੰਨ ਲੈਂਦੇ ਹਾਂ ਕਈ ਵਾਰੀ ਵੀ ਇੱਕ ਖਾਸ ਕਿਰਪਾ ਜਿਹੜੀ ਹੈ ਕਿਸੇ ਦੇ ਉੱਤੇ ਹੁੰਦੀ ਹੈ। ਸੰਗੀਤ ਬੜਾ ਸੋਹਣਾ, ਆਵਾਜ਼ ਬੜੀ ਸੋਹਣੀ ਹੈ, ਚਲੋ ਕੁਦਰਤੀ ਕਿਰਪਾ ਬਖਸ਼ਿਸ਼ ਮੰਨ ਲੈਂਦੇ ਹਾਂ। ਤੇ ਦੂਜੇ ਪਾਸੇ ਇੱਕ ਸਟੱਡੀ ਆ ਰਹੀ ਹੈ ਕਿ ਅੱਜ ਦੇ ਦੌਰ ਦੇ ਅੰਦਰ ਸਕਸੈਸ ਜਿਹੜਾ ਹੈ ਉਹ ਜ਼ਰੂਰੀ ਨਹੀਂ ਕਿ ਨੈਚੁਰਲ ਟੈਲੈਂਟ ਵਾਲੇ ਨੂੰ ਮਿਲੇਗਾ। ਤੁਸੀਂ ਵੀ ਕਿਰਪਾ ਦੇ, ਅਸੀਂ ਵੀ ਕਿਰਪਾ ਦੇ ਪਾਤਰ ਬਣ ਸਕਦੇ ਹਾਂ। ਉਹਦੀ ਕੀ ਹੈ, ਉਹਦੀ ਕੀ ਹੈ ਹਾਰਡ ਵਰਕ। ਕਿਸੇ ਕਿਰਪਾ ਦੇ ਪਾਤਰ ਤੇ ਬਣੀਏ, ਕਿਰਪਾ ਤੇ ਹੋ ਰਹੀ ਹੈ। ਕਿਰਪਾ ਦੇ ਪਾਤਰ ਕਿਵੇਂ ਬਣਾਂਗੇ? ਜਦੋਂ ਅਸੀਂ ਹਾਰਡ ਵਰਕ ਕਰਾਂਗੇ, ਜਦੋਂ ਉਸ ਵੱਡੇ ਅਕਾਲ ਵਾਹਿਗੁਰੂ ਦੀ ਉਸ ਕੁਦਰਤ ਦੇ ਨਾਲ ਜੁੜਾਂਗੇ, ਤੇ ਫਿਰ ਉਹ ਜਿਹੜਾ ਹਾਰਡ ਵਰਕ ਕੀਤਾ ਹੈ, ਐਫਰਟ ਕੀਤਾ ਹੈ, ਉਹ ਹਾਰਡ ਵਰਕ ਸਾਡੀ ਸਕਿੱਲ ਨੂੰ ਵਧਾਏਗਾ। ਫਿਰ ਅਸੀਂ ਉਹਦੀ ਕਿਰਪਾ ਦੇ ਪਾਤਰ ਬਣਾਂਗੇ। ਦੇਖੋ, ਜੇ 올림픽 ਗੋਲਡ ਮੈਡਲਿਸਟ ਇਹ ਸੋਚੇ ਕਿ ਮੈਂ ਉਹ ਮੇਰੇ ਉੱਤੇ ਤੇ ਚਲੋ ਮੈਂ ਤੇ ਨੈਚੁਰਲ ਟੈਲੈਂਟ ਦੇ ਵਿੱਚ ਆ, ਮੈਂ ਹਾਰਡ ਵਰਕ ਕਰਾਂ ਨਾ, ਤੇ ਕਦੇ ਵੀ ਉਹ ਆਪਣੇ ਜੀਵਨ ਦੇ ਅੰਦਰ ਨਾ ਉਸ ਮੈਡਲ ਨੂੰ ਹਾਸਲ ਨਹੀਂ ਕਰ ਪਾਏਗਾ, ਗੋਲਡ ਮੈਡਲ ਨਹੀਂ ਜਿੱਤ ਪਾਏਗਾ। ਉਹ ਤਾਂ ਡਬਲ ਐਫਰਟ ਕਰਦਾ ਹੈ, ਸਗੋਂ ਆਪਣੇ ਓਪੋਨੈਂਟ ਨੂੰ ਵੇਖ ਕੇ ਕਿ ਮੈਂ ਡਬਲ ਐਫਰਟ ਕਰਨਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਲਾਈਫ ਦੇ ਅੰਦਰ ਕਿਸੇ ਨੈਚੁਰਲ ਟੈਲੈਂਟਡ ਇਨਸਾਨ ਨੂੰ ਵੇਖ ਕੇ ਕਹਿੰਦੇ ਨੇ ਇਹਦੇ ਤੇ ਕਿਰਪਾ ਹੈ, ਬਖਸ਼ਿਸ਼ ਹੈ, ਸਾਨੂੰ ਵੀ ਉਸ ਅਕਾਲ ਵਾਹਿਗੁਰੂ ਜੀ ਦਾ ਬਖਸ਼ਿਸ਼ ਦਾ ਪਾਤਰ ਬਣਨਾ ਚਾਹੀਦਾ ਹੈ। ਹਾਰਡ ਵਰਕ ਕਰਕੇ ਨੈਚੁਰਲ ਟੈਲੈਂਟ ਦੀ ਬਰਾਬਰੀ ਕੀਤੀ ਜਾ ਸਕਦੀ ਹੈ ਔਰ ਆਪਣੇ ਗੋਲ ਅਚੀਵ ਕੀਤੇ ਜਾ ਸਕਦੇ ਨੇ, ਔਰ ਆਪਣੇ ਬੱਚਿਆਂ ਦੇ ਅੰਦਰ ਇਹ ਗੱਲ ਪਾਈ ਜਾ ਸਕਦੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ, ਉਹਦੀ ਬਖਸ਼ਿਸ਼ ਦਾ ਪਾਤਰ ਇਹ ਬੱਚਿਆਂ ਤੋਂ ਵੀ ਬਣ ਸਕਦਾ ਹੈ ਔਰ ਆਪਣੀ ਲਾਈਫ ਦੇ ਅੰਦਰ ਹਰ ਉਹ ਮੁਰਾਤਬਾ ਹਾਸਲ ਕਰ ਸਕਦਾ ਹੈ। ਭਾਵੇਂ ਤੇਰੇ ਜੈਨੇਟਿਕ ਸਿਸਟਮ ਜੈਸਾ ਮਰਜ਼ੀ ਹੈ, ਭਾਵੇਂ ਤੇਰੇ ਜੀਨਸ ਦੇ ਅੰਦਰ ਪੜ੍ਹਾਈ ਨਹੀਂ ਆ ਰਹੀ, ਕੋਈ ਇੱਕ ਰਿਕਸ਼ਾ ਵਾਲਾ ਹੈ, ਉਹਦਾ ਬੱਚਾ ਡਾਕਟਰ ਬਣ ਜਾਂਦਾ ਹੈ। ਇੱਕ ਚਪੜਾਸੀ ਹੈ, ਉਹਦੀ ਬੇਟੀ ਪਿੱਛੇ ਦੇ ਜੱਜ ਬਣ ਗਈ। ਜੈਨੇਟਿਕ ਸਿਸਟਮ ਦੇ ਅੰਦਰ ਪੜ੍ਹਾਈ ਨਹੀਂ, ਲੇਕਿਨ ਆਉਣ ਵਾਲੇ ਟਾਈਮ ਦੇ ਅੰਦਰ ਉਹਨਾਂ ਨੇ ਮੁਰਾਦਬੇ ਹਾਸਲ ਕੀਤੇ। ਸੋ ਕਿਰਪਾ ਦਾ ਪਾਤਰ ਹਾਰਡ ਵਰਕ ਦੇ ਨਾਲ ਬਣਿਆ ਜਾ ਸਕਦਾ ਹੈ। ਗੁਰਬਾਣੀ ਪੜ੍ਹੀਏ, ਗੁਰਬਾਣੀ ਨਾਲ ਜੁੜੀਏ ਔਰ ਗੁਰਬਾਣੀ ਦੇ ਇਹਨਾਂ ਸਿਧਾਂਤਾਂ ਦੇ ਨਾਲ ਜੁੜ ਕੇ ਆਪਣੀ ਜੀਵਨ ਕਰ ਸਕਦੇ ਹਾਂ। ਪੌੜੀ ਦੀ ਵਿਚਾਰ ਨਹੀਂ ਹੋਈ, ਸੋ ਇਹਦੇ ਵਾਸਤੇ ਮੈਂ ਜੀ ਕਿ ਸਮਾਂ ਜ਼ਿਆਦਾ ਹੋ ਗਿਆ ਸੀ, ਇਸ ਕਰਕੇ ਇਸ ਵਿਚਾਰ ਨੂੰ ਕੰਟੀਨਿਊ ਨਹੀਂ ਕਰ ਪਾਏ। ਇਤਨੇ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।